प्यारे विद्यार्थियों यूट्यूब चैनल लर्नर्स बोहा ते सबजैक्ट बायोलॉजी ਦੀਆਂ ऑनलाइन क्लासेस ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਤੁਸੀਂ ਮੇਰੇ ਕੋਲੋਂ 10+2 ਦੀ ਬਾਇਓਲੋਜੀ ਦਾ ਸਬਜੈਕਟ ਪੜ੍ਹ ਰਹੇ ਹੋ। ਇਸ ਸਬਜੈਕਟ ਦੇ ਵਿੱਚ ਅਸੀਂ ਬੇਟਾ ਚੈਪਟਰ ਨੰਬਰ 6 ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਕਰ ਰਹੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਹੁਣ ਤੱਕ ਪੜ੍ਹ ਚੁੱਕੇ ਹਾਂ ਕਿ ਕਿਸ ਤਰ੍ਹਾਂ ਸੈੱਲ ਦੇ ਵਿੱਚ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਕ੍ਰੋਮੋਸੋਮਸ ਨੇ ਐਂਡ ਕ੍ਰੋਮੋਸੋਮਸ ਆਰ ਮੇਡ ਅਪ ਆਫ ਡੀਐਨਏ ਐਂਡ ਪ੍ਰੋਟੀਨ, ਤੇ ਇਹਦੇ ਵਿੱਚ ਜਿਹੜਾ ਡੀਐਨਏ ਹੈ ਉਹ ਸਾਡਾ ਜੈਨੇਟਿਕ ਮਟੀਰੀਅਲ ਹੈ। ਤੇ ਫਿਰ ਅਸੀਂ ਡੀਐਨਏ ਦਾ ਸਟਰਕਚਰ ਸਟੱਡੀ ਕਰਨ ਤੋਂ ਬਾਅਦ ਦੇ ਵਿੱਚ ਇਸ ਗੱਲ ਨੂੰ ਪੜ੍ਹਿਆ ਕਿ ਹਾਊ ਡੀਐਨਏ ਕੈਨ ਮੇਕ ਦ ਕਾਪੀਜ਼ ਆਫ ਇਟਸੈਲਫ, ਡੀਐਨਏ ਤੋਂ ਆਰਐਨਏ ਕਿਵੇਂ ਬਣਦਾ ਹੈ, ਦੈਨ ਇਸ ਆਰਐਨਏ ਤੋਂ ਪ੍ਰੋਟੀਨ ਸਿੰਥਸਿਸ ਕਿਸ ਤਰ੍ਹਾਂ ਹੁੰਦੀ ਹੈ। ਸੋ ਅਸੀਂ ਇਹ ਸਭ ਕੁਝ ਪੜ੍ਹ ਚੁੱਕੇ ਹਾਂ। ਅਸੀਂ ਬੇਟਾ ਜੀਨ ਐਕਸਪ੍ਰੈਸ਼ਨ ਬਾਰੇ ਉਸ ਤੋਂ ਬਾਅਦ ਦੇ ਵਿੱਚ ਪੜ੍ਹਿਆ। ਜੀਨ ਐਕਸਪ੍ਰੈਸ਼ਨ ਦੇ ਵਿੱਚ ਅਸੀਂ ਇਹ ਗੱਲ ਕੀਤੀ ਕਿ ਜੋ ਡੀਐਨਏ ਹੈ, ਡੀਐਨਏ ਉੱਤੇ ਨਾਈਟ੍ਰੋਜਨ ਬੇਸਿਸ ਦੀ ਜਿਹੜੀ ਸੀਕੁਐਂਸ ਹੈਗੀ ਹੈ ਉਹ ਹੀ ਸੀਕੁਐਂਸ ਐਕਚੁਅਲ ਦੇ ਵਿੱਚ ਡਿਸਾਈਡ ਕਰਦੀ ਹੈ ਕਿ ਇੱਕ ਪ੍ਰੋਟੀਨ ਦੇ ਵਿੱਚ ਅਮਾਈਨੋ ਐਸਿਡਸ ਦੀ ਕੀ ਸੀਕੁਐਂਸ ਹੋਏਗੀ। ਮਤਲਬ ਕਿ ਕੋਲੀਨੀਅਰਿਟੀ ਹੈਗੀ ਹੈ। ਅਸੀਂ ਇਸ ਗੱਲ ਨੂੰ ਪੜ੍ਹਿਆ ਕਿ ਅਮਾਈਨੋ ਐਸਿਡਸ ਦੀ ਜੋ ਪੋਲੀਪੈਪਟਾਈਡ ਦੇ ਵਿੱਚ ਸੀਕੁਐਂਸ ਹੈ ਤੇ ਡੀਐਨਏ ਦੇ ਵਿੱਚ ਜੋ ਨਾਈਟ੍ਰੋਜਨ ਬੇਸਿਸ ਦੀ ਸੀਕੁਐਂਸ ਹੈ ਇਹਦੇ ਵਿੱਚ ਕੋਲੀਨੀਅਰਿਟੀ ਹੈ, ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਹੈਗਾ। ਸੋ ਉਸ ਤੋਂ ਬਾਅਦ ਦੇ ਵਿੱਚ ਬੇਟਾ ਜੋ ਸਾਡਾ ਅੱਜ ਦਾ ਟੌਪਿਕ ਰਹਿਣ ਵਾਲਾ ਹੈ, ਅੱਜ ਦਾ ਸਾਡਾ ਟੌਪਿਕ ਹੈ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ। ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਦਾ ਕੀ ਮਤਲਬ ਹੈ ਬੇਟਾ? ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਤੋਂ ਮੇਰਾ ਮਤਲਬ ਇਹ ਹੈ ਕਿ ਮੰਨ ਲਓ ਸੈੱਲ ਦੇ ਵਿੱਚ ਅਸੀਂ ਗੱਲ ਕੀਤੀ ਕਿ ਜਿਹੜਾ ਡੀਐਨਏ ਹੈ, ਡੀਐਨਏ ਨੇ ਆਪਣਾ ਸਿਗਨਲ ਦਿੱਤਾ ਐਮਆਰਐਨਏ ਕੋਲੇ ਤੇ ਐਮਆਰਐਨਏ ਨੇ ਪ੍ਰੋਟੀਨ ਸਿੰਥਸਿਸ ਕੀਤੀ। ਪ੍ਰੋਟੀਨਸ ਜਿਹੜੇ ਹੈਗੇ ਨੇ ਉਹ ਸੈੱਲ ਦੇ ਵਿੱਚ ਅਲੱਗ-ਅਲੱਗ ਕੰਮ ਕਰ ਰਹੇ ਹੈ। ਮੰਨ ਲਓ ਇਹਨਾਂ ਪ੍ਰੋਟੀਨਸ ਦੇ ਵਿੱਚੋਂ ਹੀ ਕੋਈ ਪ੍ਰੋਟੀਨ ਜਿਹੜਾ ਹੈਗਾ ਉਹ ਸੈੱਲ ਦੇ ਵਿੱਚ ਐਂਜ਼ਾਈਮ ਦਾ ਕੰਮ ਕਰ ਰਿਹਾ ਹੈ। ਮਤਲਬ ਕਿ ਸੈੱਲ ਨੂੰ ਆਪਣਾ ਕੰਮ ਕਰਨ ਦੇ ਲਈ ਐਂਜ਼ਾਈਮ ਦੀ ਜ਼ਰੂਰਤ ਹੈ ਤੇ ਸੈੱਲ ਨੇ ਉਹ ਐਂਜ਼ਾਈਮ ਪ੍ਰੋਡਿਊਸ ਕਰਨੀ ਹੈ। ਬਟ ਹੁਣ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਕੀ ਸੈੱਲ ਹਰ ਸਮੇਂ ਉਹ ਐਂਜ਼ਾਈਮ ਪ੍ਰੋਡਿਊਸ ਕਰਦਾ ਰਹੇਗਾ ਜਾਂ ਕਿਸੇ ਸਪੈਸਿਫਿਕ ਟਾਈਮ ਦੇ ਉੱਤੇ ਹੀ ਉਹ ਐਂਜ਼ਾਈਮ ਪ੍ਰੋਡਿਊਸ ਕਰੇਗਾ? ਮੰਨ ਲਓ ਇੱਕ ਸੈੱਲ ਹੈ, ਪ੍ਰੋਕੈਰੀਓਟਿਕ ਸੈੱਲ ਹੈ, ਉਸ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਲੈਕਟੋਜ਼ ਉਸ ਦਾ ਫੂਡ ਪ੍ਰੈਜ਼ੈਂਟ ਹੈ, ਲੈਕਟੋਜ਼ ਉਸ ਦੇ ਵਿੱਚ ਪ੍ਰੈਜ਼ੈਂਟ ਹੈ, ਉਸ ਦੀ ਬ੍ਰੇਕਡਾਊਨ ਕਰਨੀ ਹੈ, डाइजेशन करनी है। लैक्टोज की ब्रेकडाउन करके की बनेगा? लैक्टोज एक डाइसैकराइड है तो उसकी ब्रेकडाउन नाल की बनेगा? ग्लूकोज एंड लैक्टोज। तो लैक्टोज तो जो असी ग्लूकोज बनाना है फॉर दैट वी नीड एंजाइम्स जेडे इस पार्टिकुलर रिएक्शन नू कैटालाइज करनगे। तो हुण बेटा जेडे ये एंजाइम्स ने, एंजाइम्स एक्चुअली की ने बाय नेचर दीज आर प्रोटीन्स। सो इन्हां प्रोटीन्स नू प्रोड्यूस किने करना है? एमआरएनए ने करना है। किहड़े प्रोसैस नाल? ट्रांसलेशन दे नाल। ਤਾਂ ਬੇਟਾ ਹੁਣ ਜਿਹੜੇ ਇਹ ਐਂਜ਼ਾਈਮਸ ਨੇ, ਜਿਹੜੇ ਐਂਜ਼ਾਈਮ ਇਸ ਪਾਰਟਿਕੂਲਰ ਰਿਐਕਸ਼ਨ ਦੇ ਲਈ ਚਾਹੀਦੇ ਨੇ, ਇਹ ਐਂਜ਼ਾਈਮਸ ਤਾਂ ਉਦੋਂ ਹੀ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਨਾ ਜਦੋਂ ਸੈੱਲ ਕੋਲੇ ਇਹੋ ਜਿਹਾ ਰਿਐਕਟੈਂਟ ਪ੍ਰੈਜ਼ੈਂਟ ਹੈ। ਮਤਲਬ ਕਿ ਜਦੋਂ ਸੈੱਲ ਕੋਲੇ ਲੈਕਟੋਜ਼ ਪ੍ਰੈਜ਼ੈਂਟ ਹੈ ਓਨਲੀ ਦੈਨ ਥੀਸ ਐਂਜ਼ਾਈਮਸ ਮਸਟ ਬੀ ਪ੍ਰੈਜ਼ੈਂਟ, ਅਦਰਵਾਈਜ਼ ਇਹਨਾਂ ਐਂਜ਼ਾਈਮਸ ਦਾ ਕੰਮ ਹੀ ਕੋਈ ਨਹੀਂ ਹੈ। ਇਟ ਮੀਨਸ ਬੇਟਾ ਕਿ ਸੈੱਲ ਨੂੰ ਇਸ ਚੀਜ਼ ਨੂੰ ਰੈਗੂਲੇਟ ਕਰਨਾ ਪਏਗਾ। ਇਹ ਚੀਜ਼ ਤਾਂ ਅਸੀਂ ਪੜ੍ਹ ਲਈ, मैं तो ये चीज़ जी है पहला दस चुके हैं कि किस तरीके ना जो डीएनए है, डीएनए तो एमआरएनए बन गया तो उस तो प्रोटीन सिंथेसिस होगी। बट जी प्रोटीन सिंथेसिस हो रही है, इस प्रोटीन सिंथेसिस की रेगुलेशन की जरूरत है। इसका टाइम डिसाइड करना पड़ेगा कि कदों ये करनी है तो कदों ये नहीं करनी है। इसके कोई ना कोई मैकेनिज्म होना चाहिए, कोई कंट्रोल मैकेनिज्म होना चाहिए। सिमिलरली बेटा दूसरी कंडीशन भी तो हो सकती है। मान लो सैल नूं कोई इस तरह का प्रोडक्ट चाहिए प्रोटीन की फॉर्म के जो सैल नूं हमेशा ही रिक्वायर्ड है, सैल को हमेशा होना चाहिए। इट मीन सैल का जो सिस्टम है कि एमआरएनए तो प्रोटीन सिंथेसिस जी हो रही है, इस पार्टिकुलर प्रोटीन की सिंथेसिस जी हमेशा ऑन रहनी चाहिए है। बट बेटा कई बार ये भी तो हो सकता है कि जोड़ा ये प्रोडक्ट सैल को है, जोड़ा ये एंजाइम या जोड़ा ये प्रोटीन सैल को है, जो बहुत ज़्यादा क्वांटिटी के हो जाऊगा तो इन्नी ज़्यादा क्वांटिटी हो जूगी कि इसकी होर ज़्यादा प्रोडक्शन की जरूरत नहीं है, तो सानू ये मैकेनिज्म को रोकना भी पऊगा। तो जिहड़ा ये प्रोसैस चल रहा है फ्लो ऑफ इनफॉर्मेशन है, इस फ्लो ऑफ इनफॉर्मेशन दे विच जिहड़ा स्टैप साडे कोल ट्रांसलेशन का प्रोसैस है जिहदे विच असीं एक्चुअल दे विच प्रोटीन सिंथेसिस कर रहे हैं, उस प्रोटीन सिंथेसिस दे उत्ते कोई ना कोई कंट्रोल होना जरूरी है। उसके उत्ते कोई ना कोई इस तरह का मैकेनिज्म होना जरूरी है कि असीं उसकी रेगूलेशन कर सकीए, सैल उसनूं रेगूलेट कर सके। इनफैक्ट ये रेगूलेशन बहुत ज़्यादा नैसेसरी है, जरूरी है सैल के लिए, क्योंकि मैं दो कंडीशंस दस चुके हैं।
कुछ कंडीशंस तो ਇਹੋ ਜਿਹੀਆਂ ਨੇ ਜਿਹਦੇ ਵਿੱਚ ਪ੍ਰੋਟੀਨ ਸਿੰਥੇਸਿਸ ਸੈੱਲ ਸਿਰਫ ਉਦੋਂ ਹੀ ਕਰੇ ਜਦੋਂ ਪਾਰਟਿਕੂਲਰ ਰਿਐਕਟੈਂਟ ਪ੍ਰੈਜ਼ੈਂਟ ਹੈ ਤੇ ਕੁਝ ਕੁ ਕੇਸਿਸ ਇਹੋ ਜਿਹੇ ਨੇ ਜਿਹਦੇ ਵਿੱਚ ਜਨਰਲੀ ਜਿਹੜੀ ਇਹ ਪ੍ਰੋਟੀਨ ਸਿੰਥੇਸਿਸ ਹੁੰਦੀ ਜਾਵੇ ਬਟ ਇਹ ਪ੍ਰੋਟੀਨ ਸਿੰਥੇਸਿਸ ਉਦੋਂ ਰੁਕ ਜੇ ਜਿਹੜਾ ਇਹ ਪ੍ਰੋਟੀਨ ਸਿੰਥੇਸਿਸ ਦਾ ਪ੍ਰੋਡਕਟ ਹੈ ਜਦੋਂ ਉਹ ਪ੍ਰੋਡਕਟ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੈੱਲ ਦੇ ਵਿੱਚ ਪ੍ਰੋਡਿਊਸ ਹੋ ਗਿਆ ਤਾਂ ਇਹੋ ਜਿਹੇ ਕੇਸਿਸ ਦੇ ਵਿੱਚ ਜੀਨ ਐਕਸਪ੍ਰੈਸ਼ਨ ਜਿਹੜਾ ਕਿ ਅਸੀਂ ਹੁਣ ਤੱਕ ਕਰ ਰਹੇ ਹਾਂ ਇਸ ਦੀ ਰੈਗੂਲੇਸ਼ਨ ਦੀ ਜ਼ਰੂਰਤ ਹੈ ਸੋ ਸਾਡਾ ਬੇਟਾ ਅੱਜ ਦਾ ਟੌਪਿਕ ਹੀ ਇਹ ਹੈ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਜਦੋਂ ਅੱਜ ਦਾ ਸਾਡਾ ਲੈਕਚਰ ਖਤਮ ਹੋ ਗਿਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝ ਚੁੱਕੇ ਹੋਵੋਗੇ ਕਿ ਸੈੱਲ ਦੇ ਕੋਲੇ ਕਿਹੜੇ ਮੈਕੈਨਿਜ਼ਮਸ ਨੇ ਜਿਹੜੇ ਮੈਕੈਨਿਜ਼ਮ ਦੇ ਨਾਲ ਸੈੱਲ ਇਸ ਜੀਨ ਐਕਸਪ੍ਰੈਸ਼ਨ ਨੂੰ ਵੀ ਰੈਗੂਲੇਟ ਕਰ ਲੈਂਦਾ ਹੈ ਸੋ ਬੇਟਾ ਲੈਟਸ ਸਟਾਰਟ ਟੁਡੇਜ਼ ਟੌਪਿਕ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ हाँ जी बेटा स्टार्ट करते हैं अज का टॉपिक रेगूलेशन ऑफ जीन एक्सप्रैशन बेटा रेगूलेशन ऑफ जीन एक्सप्रैशन असी टॉपिक दोनों के प्रोकैरियोट्स ते यूकैरियोट्स के मैकेनिज्म थोड़ा अलग अलग है बट साडे सिलेबस के मेनली गल जी है वो प्रोकैरियोट्स की कीती है बट प्रोकैरियोट्स के रेगूलेशन ऑफ जीन एक्सप्रैशन बहुत ज़्यादा डिटेल के असी करना है बट उसनू स्टार्ट करने तो पहला यूकैरियोट्स के बारे एक स्लाइड है इसनू थोड़ा वेख लो कई बार क्वेश्चन पूछा जा सकता होंगे यूकैरियोट्स के बेटा जो असी मैकेनिज्म है जीन एक्सप्रैशन का ये 4 लैवल के उत्ते जीन एक्सप्रैशन नू रेगूलेट किया जा सकता है सब तो पहला लैवल है ट्रांसक्रिप्शनल लैवल ट्रांसक्रिप्शन का मतलब की होंदा है सिंथेसिस ऑफ RNA फ्रॉम DNA सो ये देखो जी ये कंडीशन हैगी है ना ये कंडीशन प्रोकैरियोटिक सैल की है यूकैरियोटिक सैल की है जिहदे विच न्यूक्लीयस है तो बाहर की पिया साइटोप्लाज्म हुण जिहड़ा बेटा अपने कोल ये ट्रांसक्रिप्शन का काम है क्योंकि ट्रांसक्रिप्शन दे विच असीं RNA की सिंथेसिस करनी है फ्रॉम DNA हुण DNA कित्थे प्रेजेंट है न्यूक्लियस च प्रेजेंट है ऑब्वियस जी गल है ट्रांसक्रिप्शन भी तो न्यूक्लियस दे विच होएगी सो ये न्यूक्लियस जिहड़ा बनाया होया न्यूक्लियस दे विच होने वाले प्रोसैसेस दे विच सब तो पहला ट्रांसक्रिप्शन का प्रोसैस है सो पहला तो रेगूलेशन ऑफ जीन एक्सप्रैशन इस लैवल ते हो सकता है ट्रांसक्रिप्शन के लैवल ते दूजा जो ट्रांसक्रिप्शन होगी RNA बन गया वो प्रोसैसिंग होंदी है मैं तुहानूं दस्सिया सी कि इंट्रोन्स ते एक्सोन्स होंदे है सो वो जिहड़े पार्ट जिहड़े नॉन कोडिंग होंदे हैं रिमूव कर दिता जाता है सो स्पलाइसिंग ते कैपिंग का जिहड़ा दस्सिया सी दूसरा बेटा इस प्रोसैसिंग के लैवल ते रेगूलेशन हो सकती है हुण जदों इत्थे mRNA बन गया इस mRNA नूं न्यूक्लियस तो बाहर लैके आउणा है तीसरी रेगूलेशन हो जाती है इस ट्रांसपोर्ट के टाइम के उत्ते रेगूलेशन ते चौथी जिहड़ी हैगी है जदों प्रोटीन सिंथेसिस होनी है ट्रांसलेशन के लैवल ते जो असी प्रोकैरियोट्स के पढ़ांगे वो मेनली ट्रांसलेशन लैवल ते होगी बट यह यूकैरियोट्स के एक बार तुहानूं मैं दस्सिया कि किहड़े लैवल ते जीन एक्सप्रैशन की रेगूलेशन हो सकती है सो ट्रांसक्रिप्शनल लैवल दैन जो पोस्ट ट्रांसक्रिप्शन जी प्रोसैसिंग होंदी है उस लैवल ते दैन जो mRNA बन गया उस mRNA नूं बाहर ट्रांसपोर्ट करने के टाइम ते एंड दैन बाहर आके ट्रांसलेशन मतलब कि सिंथेसिस ऑफ प्रोटीन के टाइम के उत्ते सो ये 4 लैवल हैगे ने हुण बेटा अपनी गल स्टार्ट करते हैं प्रोकैरियोट्स बारे असल दे विच प्रोकैरियोट्स दे विच मैं तुहानूं पहली गल दस्सी सी एसरशिया कलाई दी मैं हुणे इंट्रो पार्ट दे विच तुहानूं दस के हटिया कि किस तरीके नाल इस बैक्टीरिया मान लो एसरशिया कलाई है इस बैक्टीरिया दे कोले बेटा जिहड़ा कोई लैक्टोज पिया है इसने लैक्टोज की ब्रेकडाउन करनी है मतलब कि लैक्टोज इहदा फूड है इसने की करना है इस लैक्टोज की ब्रेकडाउन करनी है तो लैक्टोज तो बनाना की है इन्हें ग्लूकोज बनाना है प्लस जोड़ा है इस तो गलैक्टोज बनाना है तो लैक्टोज की ब्रेकडाउन के लिए चाहिए ने एंजाइम लैक्टोज की करनी है ब्रेकडाउन इनटू ग्लूकोज एंड गलैक्टोज एंड फॉर दैट बीटा गलैक्टोसाइडेज एंजाइम चाहिए हुण बेटा जो बीटा गलैक्टोसाइडेज एंजाइम है बाई नेचर हैगा तो प्रोटीन ही है ना ये तो इस प्रोटीन नूं सैल सिंथेसाइज कर सकता है किवें ट्रांसलेशन नाल कर सकता है सिंथेसाइज पर सोचण वाली गल यह है कि बैक्टीरिया का सैल इस बीटा गलैक्टोसाइडेज एंजाइम नूं सिंथेसाइज कदों करे ये सिंथेसाइज उदों ही करे ना जदों लैक्टोज प्रेजेंट है
ਜਦੋਂ ਲੈਕਟੋਜ਼ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਉਦੋਂ ਇਸ ਨੂੰ ਸਿੰਥਸਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਫਿਰ ਇਸ ਐਂਜ਼ਾਈਮ ਦਾ ਕਰੂਗਾ ਕੀ ਉਹ, ਕਿਉਂਕਿ ਐਂਜ਼ਾਈਮ ਨੇ ਕੀ ਕਰਨਾ ਸੀ, ਲੈਕਟੋਜ਼ ਦੀ ਬ੍ਰੇਕਡਾਊਨ ਕਰਨੀ ਸੀ। ਜਦੋਂ ਲੈਕਟੋਜ਼ ਹੀ ਨਹੀਂ ਹੈ ਤਾਂ ਬੀਟਾ ਗਲੈਕਟੋਸਾਈਡੇਜ਼ ਤੋਂ ਕਰਾਉਣਾ ਕੀ ਹੈ। ਇਸ ਕਰਕੇ ਜਿਹੜੀ ਬ੍ਰੇਕਡਾਊਨ ਹੈਗੀ ਹੈ ਉਹ ਬ੍ਰੇਕਡਾਊਨ ਜਿਹੜੀ ਹੈਗੀ ਹੈ ਲੈਕਟੋਜ਼ ਦੀ ਹੋਣ ਦੇ ਲਈ ਬੀਟਾ ਗਲੈਕਟੋਸਾਈਡੇਜ਼ ਚਾਹੀਦਾ ਹੈ। ਸੋ ਸਿਰਫ ਲੈਕਟੋਜ਼ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਡੇ ਕੋਲੇ ਇਹ ਐਂਜ਼ਾਈਮ ਸਿੰਥਸਾਈਜ਼ ਹੋਣਾ ਚਾਹੀਦਾ, ਅਦਰਵਾਈਜ਼ ਨਹੀਂ ਹੋਣਾ ਚਾਹੀਦਾ। ਇਹ ਚੀਜ਼ ਕਿਵੇਂ ਹੋਏਗੀ, ਇਹੀ ਤਾਂ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਹੈ, ਇਹੀ ਅਸੀਂ ਪੜ੍ਹਨੀ ਹੈ। ਸੋ ਇਨ ਦ ਐਬਸੈਂਸ ਆਫ ਲੈਕਟੋਜ਼ ਸਿੰਥਸਿਸ ਆਫ ਬੀਟਾ ਗਲੈਕਟੋਸਾਈਡੇਜ਼ ਸਟਾਪਸ, ਇਹ ਰੁਕ ਜਾਂਦੀ ਹੈ। ਸਿਮਿਲਰਲੀ ਇਹ ਗੱਲ ਦੱਸੀ ਆਪਣੀ ਬੁੱਕ ਦੇ ਵਿੱਚ, ਜਿਹੜਾ ਹੈਗਾ NCERT ਦੀ ਬੁੱਕ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਜਦੋਂ ਡਿਵੈਲਪਮੈਂਟ ਹੁੰਦੀ ਹੈ ਜਾਂ ਡਿਫਰੈਂਸ਼ੀਏਸ਼ਨ ਹੁੰਦੀ ਹੈ ਐਮਬ੍ਰਿਓ ਦੀ, ਤਾਂ ਉਸ ਟਾਈਮ ਦੇ ਉੱਤੇ ਵੀ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਬਹੁਤ ਲੈਵਲ ਦੇ ਉੱਤੇ ਹੁੰਦੀ ਹੈ। ਸੋ ਇਸ ਚੀਜ਼ ਨੂੰ ਕੰਟਰੋਲ ਕਰਨਾ ਪੈਂਦਾ ਹੈ ਕਿ ਕਿਹੜਾ ਪ੍ਰੋਡਕਟ ਕਦੋਂ ਚਾਹੀਦਾ ਅਤੇ ਕਦੋਂ ਕਿਹੜੇ ਪ੍ਰੋਡਕਟ ਦੀ ਜ਼ਰੂਰਤ ਨਹੀਂ ਹੈ। ਹੁਣ ਬੇਟਾ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਦੋ ਕੰਡੀਸ਼ਨਸ ਦੇ ਰਿਹਾ। ਸਭ ਤੋਂ ਪਹਿਲੀ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਇੱਕ ਸਬਸਟ੍ਰੇਟ ਆਪਾਂ ਨੇ ਐਡ ਕੀਤਾ ਸੈੱਲ ਦੇ ਵਿੱਚ। ਸਬਸਟ੍ਰੇਟ ਜਿਹੜਾ ਬੇਟਾ ਐਡ ਕੀਤਾ ਤਾਂ ਉਸ ਨੂੰ ਬ੍ਰੇਕਡਾਊਨ ਕਰਨ ਦੇ ਲਈ ਸਾਨੂੰ ਚਾਹੀਦੇ ਨੇ ਐਂਜ਼ਾਈਮਸ, ਅਤੇ ਉਸ ਦੇ ਲਈ ਜਿਹੜੇ ਐਂਜ਼ਾਈਮਸ ਨੇ ਉਹ ਕੀ ਨੇ, ਪ੍ਰੋਟੀਨਸ ਨੇ। ਇਹਦਾ ਮਤਲਬ ਉਹ ਪ੍ਰੋਟੀਨ ਸਿੰਥਸਿਸ ਉਦੋਂ ਹੀ ਹੋਵੇ ਜਦੋਂ ਸਬਸਟ੍ਰੇਟ ਐਡ ਕੀਤਾ। ਸੋ ਸੈਟ ਆਫ ਜੀਨ ਇਜ਼ ਸਵਿਚਡ ਔਨ, ਸਿਰਫ ਉਦੋਂ ਹੀ ਸਵਿਚ ਔਨ ਹੋਣ ਜਦੋਂ ਅਸੀਂ ਜਿਹੜਾ ਹੈਗਾ ਬੇਟਾ ਇਸ ਨੂੰ ਕੀ ਕਰਨਾ ਹੈ, ਸਬਸਟ੍ਰੇਟ ਨੂੰ ਐਡ ਕੀਤਾ ਹੋਇਆ। ਦਿਸ ਇਜ਼ ਕਾਲਡ ਇੰਡਕਸ਼ਨ। ਮਤਲਬ ਨੋਰਮਲੀ ਜਿਹੜਾ ਸੈੱਲ ਸੀ ਉਸ ਸੈੱਲ ਦੀ ਜਿਹੜੀ ਮਸ਼ੀਨਰੀ ਹੈ, ਮਸ਼ੀਨਰੀ ਕਿਹੜੀ ਹੈ ਕਿ DNA ਹੈ, DNA ਤੋਂ ਬਣ ਗਿਆ mRNA, ਇਹਦੇ ਤੋਂ ਬਣ ਗਏ ਪ੍ਰੋਟੀਨ, ਅਤੇ ਇਹ ਪ੍ਰੋਟੀਨ ਕਾਹਦਾ ਕੰਮ ਕਰਨਗੇ, ਇਹ ਪ੍ਰੋਟੀਨ ਕੰਮ ਕਰਨਗੇ ਐਂਜ਼ਾਈਮ ਦਾ। ਨੋਰਮਲੀ ਜਿਹੜੀ ਸੈੱਲ ਦੀ ਜਿਹੜੀ ਇਹ ਮਸ਼ੀਨਰੀ ਹੈ, ਨੋਰਮਲੀ ਇਹ ਮਸ਼ੀਨਰੀ ਕੰਮ ਨਹੀਂ ਕਰ ਰਹੀ। ਦਿਸ ਇਜ਼ ਸਵਿਚ ਆਫ, ਇਹ ਬੰਦ ਪਈ ਹੈ। ਬਟ ਜਿਵੇਂ ਹੀ ਅਸੀਂ ਸਬਸਟ੍ਰੇਟ ਐਡ ਕੀਤਾ, ਸਬਸਟ੍ਰੇਟ ਜਿਹੜਾ ਹੈਗਾ ਸੀ ਕੀ ਸੀ, ਸਬਸਟ੍ਰੇਟ ਸੀਗਾ ਸਾਡਾ ਲੈਕਟੋਜ਼। ਜਿਵੇਂ ਹੀ ਅਸੀਂ ਲੈਕਟੋਜ਼ ਐਡ ਕੀਤਾ, ਲੈਕਟੋਜ਼ ਦੀ ਕਰਨੀ ਹੈ ਬ੍ਰੇਕਡਾਊਨ ਇਨਟੂ ਗਲੂਕੋਜ਼। ਇਹਦੀ ਬ੍ਰੇਕਡਾਊਨ ਕਰਨ ਦੇ ਲਈ ਕੀ ਚਾਹੀਦੇ ਨੇ, ਐਂਜ਼ਾਈਮਸ। ਇਹਦਾ ਮਤਲਬ ਲੈਕਟੋਜ਼ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਸਵਿਚ ਆਫ ਸੀ ਇਹ ਕੀ ਹੋ ਜਾਣਾ ਚਾਹੀਦਾ, ਸਵਿਚ ਔਨ। ਤਾਂ ਇਹੋ ਜਿਹੇ ਕੇਸ ਦੇ ਵਿੱਚ ਸਬਸਟ੍ਰੇਟ ਨੇ ਆ ਕੇ ਸਾਡੇ ਸਿਸਟਮ ਨੂੰ ਸਵਿਚ ਔਨ ਕੀਤਾ ਹੈ, ਤਾਂ ਅਸੀਂ ਕਹਾਂਗੇ ਕਿ ਸਬਸਟ੍ਰੇਟ ਨੇ ਇੰਡਕਸ਼ਨ ਕੀਤੀ ਹੈ, ਪ੍ਰੋਟੀਨ ਸਿੰਥਸਿਸ ਨੂੰ ਸਟਾਰਟ ਕੀਤਾ ਹੈ। ਸੋ ਇਹ ਤਾਂ ਹੋ ਗਿਆ ਸਿਸਟਮ ਇੰਡਕਸ਼ਨ ਦਾ, ਜਿੱਥੇ ਕੋਈ ਚੀਜ਼ ਇੰਡਕਸ਼ਨ ਕੀਤੀ ਜਾਂਦੀ, ਸਟਾਰਟ ਕੀਤੀ ਜਾਂਦੀ ਹੈ ਸਬਸਟ੍ਰੇਟ ਦੀ ਪ੍ਰੈਜ਼ੈਂਸ ਦੇ ਵਿੱਚ। ਇਹ ਸਾਡੀ ਜਿਹੜੀ ਮਸ਼ੀਨਰੀ ਸੀ ਪ੍ਰੋਟੀਨ ਸਿੰਥਸਿਸ ਦੀ, ਜਿਹੜੀ ਕਿ ਨੋਰਮਲੀ ਸਵਿਚ ਆਫ ਪਈ ਸੀ, ਉਹ ਹੁਣ ਸਵਿਚ ਔਨ ਹੋ ਗਈ। ਬਟ ਇੱਕ ਕੰਡੀਸ਼ਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿਸ ਤਰ੍ਹਾਂ ਦੀ। ਮੰਨ ਲਓ ਕਿ ਇਸੇ ਤਰੀਕੇ ਨਾਲ ਹੀ ਸੈੱਲ ਦੇ ਵਿੱਚ DNA ਹੈ, DNA ਤੋਂ ਬਣ ਰਿਹਾ ਹੈ mRNA, mRNA ਤੋਂ ਬਣ ਰਹੇ ਨੇ ਬੇਟਾ ਪ੍ਰੋਟੀਨ। ਇਹ ਪ੍ਰੋਟੀਨ ਜਿਹੜੇ ਹੈਗੇ ਨੇ ਸੈੱਲ ਦਾ ਨੋਰਮਲ ਮੈਟਾਬੋਲਾਈਟ ਹੈ, ਸੈੱਲ ਨੂੰ ਨੋਰਮਲੀ ਚਾਹੀਦਾ, ਇਹ ਸੈੱਲ ਦਾ ਨੋਰਮਲ ਮੈਟਾਬੋਲਾਈਟ, ਨੋਰਮਲ ਮੈਟਾਬੋਲਾਈਟ ਆਫ ਸੈੱਲ। ਸੈੱਲ ਨੂੰ ਨੋਰਮਲੀ ਚਾਹੀਦਾ। ਜਦੋਂ ਸੈੱਲ ਨੂੰ ਨੋਰਮਲੀ ਚਾਹੀਦਾ ਇਹਦਾ ਮਤਲਬ ਹਰ ਟਾਈਮ ਚਾਹੀਦਾ ਹੈ। ਇਟ ਮੀਨਸ ਜਿਹੜੀ ਇਹ ਮਸ਼ੀਨਰੀ ਹੈ, ਇਹ ਮਸ਼ੀਨਰੀ ਹਮੇਸ਼ਾ ਔਨ ਰਹਿਣੀ ਚਾਹੀਦੀ ਹੈ। ਇਟ ਮਸਟ ਬੀ ਸਵਿਚਡ ਔਨ ਐਵਰੀ ਟਾਈਮ, ਹਰ ਟਾਈਮ ਸਵਿਚ ਔਨ ਰਹਿਣੀ ਚਾਹੀਦੀ ਹੈ। ਪਰ ਮੰਨ ਲਓ ਕੋਈ ਕੰਡੀਸ਼ਨ ਇਹੋ ਜਿਹੀ ਹੋਵੇ ਵੀ ਜਿਹੜਾ ਨੋਰਮਲ ਮੈਟਾਬੋਲਾਈਟ ਸੈੱਲ ਦਾ ਸੀ ਅਸੀਂ ਐਕਸਟਰਨਲੀ ਐਡ ਕਰਤਾ, ਐਕਸਟਰਨਲੀ ਦੇਤਾ ਸੈੱਲ ਨੂੰ। ਜਦੋਂ ਸੈੱਲ ਨੂੰ ਇਹ ਐਕਸਟਰਨਲੀ ਦੇਤਾ, ਸੈੱਲ ਨੂੰ ਬਾਹਰੋਂ ਮਿਲ ਗਿਆ, ਤਾਂ ਕੀ ਸੈੱਲ ਨੂੰ ਇਹ ਸਿੰਥਸਾਈਜ਼ ਕਰਨ ਦੀ ਜ਼ਰੂਰਤ ਹੈ? ਸੈੱਲ ਨੂੰ ਹੁਣ ਇਹ ਪ੍ਰੋਟੀਨ ਸਿੰਥਸਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸੈੱਲ ਨੂੰ ਇਹ ਮੈਟਾਬੋਲਾਈਟ ਕਿੱਥੋਂ ਮਿਲ ਗਿਆ, ਬਾਹਰੋਂ ਮਿਲ ਗਿਆ। ਇਹਦਾ ਮਤਲਬ ਇਹੋ ਜਿਹੇ ਕੇਸ ਦੇ ਵਿੱਚ ਜਿਹੜੀ ਮਸ਼ੀਨਰੀ ਪਹਿਲਾਂ ਸਵਿਚ ਔਨ ਪਈ ਸੀ ਉਸ ਨੂੰ ਹੁਣ ਕੀ ਕਰਨਾ ਪਊਗਾ, ਆਫ ਕਰਨਾ ਪਊਗਾ। ਕਦੋਂ? ਜਦੋਂ ਮੈਟਾਬੋਲਾਈਟ ਐਡ ਕਰਤਾ। ਇਹਦਾ ਮਤਲਬ ਚੱਲਦੀ ਹੋਈ ਮਸ਼ੀਨਰੀ ਨੂੰ ਰੋਕਤਾ ਬਾਹਰੋਂ ਕੋਈ ਚੀਜ਼ ਐਡ ਕਰਕੇ, ਤਾਂ ਅਸੀਂ ਇਸ ਨੂੰ ਕੀ ਕਹਾਂਗੇ, ਰਿਪਰੈਸ਼ਨ, ਕਿ ਰਿਪਰੈਸ ਕਰਤੀ। ਪਹਿਲਾਂ ਵਾਲੇ ਕੇਸ 'ਚ ਮਸ਼ੀਨਰੀ ਜਿਹੜੀ ਸਵਿਚ ਆਫ ਪਈ ਸੀ ਉਹਨੂੰ ਔਨ ਕੀਤਾ ਸੀ ਤਾਂ ਇੰਡਕਸ਼ਨ ਹੋ ਗਈ ਸੀ। ਹੁਣ ਇਹ ਪਹਿਲਾਂ ਸਾਰਾ ਸਿਸਟਮ ਚੱਲ ਰਿਹਾ ਸੀ, ਇਹਨੂੰ ਆ ਕੇ ਬੰਦ ਕਰਤਾ, ਅਤੇ ਇਸ ਨੂੰ ਕੀ ਕਹਾਂਗੇ ਅਸੀਂ, ਰਿਪਰੈਸ਼ਨ। ਨੋਰਮਲ ਜੀ ਗੱਲ ਹੈ। ਆਪਾਂ ਇੱਕ ਐਗਜ਼ਾਮਪਲ ਲੈ ਕੇ ਗੱਲ ਕਰਦੇ ਇਸ ਨੂੰ ਸਮਝਣ ਦੇ ਲਈ। ਮੰਨ ਲਓ ਸਾਡੀ ਬਾਡੀ ਦੇ ਵਿੱਚ ਕੋਈ ਪ੍ਰੋਟੀਨ ਸਿੰਥਸਾਈਜ਼ ਹੋ ਰਿਹਾ ਹੈ, ਬਾਡੀ ਪ੍ਰੋਟੀਨ ਸਿੰਥਸਾਈਜ਼ ਕਰ ਰਹੀ ਹੈ, ਐਵੇਂ DNA ਤੋਂ mRNA ਤੋਂ ਪ੍ਰੋਟੀਨ ਸਿੰਥਸਿਸ ਹੋ ਰਹੀ ਹੈ।
ਉਹ ਪਾਰਟੀਕੂਲਰ ਪ੍ਰੋਟੀਨ ਬਾਡੀ ਦੇ ਵਿੱਚ ਉਦੋਂ ਤੱਕ ਬਣਦਾ ਰਹੂਗਾ ਜਦੋਂ ਤੱਕ ਕਿ ਸਾਨੂੰ ਉਸ ਦੀ ਜ਼ਰੂਰਤ ਹੈ। ਹਮੇਸ਼ਾ ਹੀ ਜ਼ਰੂਰਤ ਹੈ ਤਾਂ ਬਣ ਰਿਹਾ ਹੈ, ਬਟ ਮੰਨ ਲਓ ਉਹ ਪ੍ਰੋਟੀਨ ਅਸੀਂ ਐਕਸਟਰਨਲੀ ਆਪਦੀ ਡਾਈਟ ਦੇ ਵਿੱਚ ਹੀ ਇੰਨਾ ਜ਼ਿਆਦਾ ਖਾ ਲਿਆ ਕਿ ਸਾਡੀ ਬਾਡੀ ਦੇ ਵਿੱਚ ਉਹ ਪ੍ਰੋਟੀਨ ਸਫੀਸ਼ੀਐਂਟ ਹੋ ਗਿਆ। ਜਦੋਂ ਪ੍ਰੋਟੀਨ ਸਾਨੂੰ ਐਕਸਟਰਨਲੀ ਇੰਨਾ ਜ਼ਿਆਦਾ ਮਿਲ ਗਿਆ ਤਾਂ ਕੀ ਇਸ ਨੂੰ ਹੁਣ ਸਿੰਥਸਾਈਜ਼ ਕਰਨ ਦੀ ਜ਼ਰੂਰਤ ਹੈ? ਨਹੀਂ ਹੈ ਨਾ। ਤਾਂ ਜਿਹੜਾ ਸਿਸਟਮ ਪਹਿਲਾਂ ਔਨ ਸੀ ਹੁਣ ਉਸ ਨੂੰ ਕੀ ਕਰਤਾ? ਆਫ। ਇਸ ਕੰਡੀਸ਼ਨ ਨੂੰ ਅਸੀਂ ਕੀ ਕਹਿੰਦੇ ਹਾਂ? ਰਿਪਰੈਸ਼ਨ। ਸੋ ਇਸ ਸਲਾਈਡ ਦੇ ਉੱਤੇ ਦੋਨੋਂ ਇਹ ਕੰਡੀਸ਼ਨਸ ਦੱਸੀਆਂ ਹੋਈਆਂ ਨੇ। ਪਹਿਲੀ ਦੇ ਵਿੱਚ ਵੈਨ ਦਾ ਸਬਸਟ੍ਰੇਟ ਇਜ਼ ਐਡਡ ਟੂ ਗਰੋਥ ਮੀਡੀਅਮ ਆਫ ਬੈਕਟੀਰੀਆ ਅ ਸੈਟ ਆਫ ਜੀਨ ਇਜ਼ ਸਵਿਚਡ ਔਨ ਟੂ ਮੈਟਾਬੋਲਾਈਜ਼ ਇਟ। ਇਸ ਨੂੰ ਮੈਟਾਬੋਲਾਈਜ਼ ਕਰਨ ਦੇ ਲਈ ਜੀਨਸ ਸਵਿਚ ਔਨ ਹੋ ਜਾਣਗੇ। ਦਿਸ ਇਜ਼ ਕਾਲਡ ਇੰਡਕਸ਼ਨ। ਦੂਜੇ 'ਚ ਵੈਨ ਦਾ ਮੈਟਾਬੋਲਾਈਟ ਇਜ਼ ਐਡਡ, ਜਦੋਂ ਮੈਟਾਬੋਲਾਈਟ ਨੂੰ ਐਡ ਕੀਤਾ ਦ ਜੀਨ ਟੂ ਪ੍ਰੋਡਿਊਸ ਇਟ ਆਰ ਟਰਨਡ ਆਫ, ਜਿਹੜੇ ਜੀਨ ਇਹਨੂੰ ਪ੍ਰੋਡਿਊਸ ਕਰ ਰਹੇ ਸੀ ਉਹ ਸਵਿਚ ਆਫ ਹੋ ਗਏ। ਕਿਉਂ? ਕਿਉਂਕਿ ਹੁਣ ਤਾਂ ਬਾਹਰੋਂ ਹੀ ਐਡ ਕਰਤਾ। ਸੋ ਦਿਸ ਇਜ਼ ਕਾਲਡ ਰਿਪਰੈਸ਼ਨ। ਇਹ ਦੋ ਚੀਜ਼ਾਂ ਨੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਲੱਗ ਗਈਆਂ ਹੋਣਗੀਆਂ। ਜੇ ਬੇਟਾ ਤੁਹਾਨੂੰ ਇਹ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਦੀਆਂ ਦੋਨੋਂ ਚੀਜ਼ਾਂ ਸਮਝ ਲੱਗ ਗਈਆਂ ਤਾਂ ਹੁਣ ਅਸੀਂ ਇਹਨਾਂ ਦੋਨਾਂ ਦੇ ਨਾਲ ਰਿਲੇਟਡ ਜਿਹੜੇ ਹੈਗੇ ਨੇ ਅਲੱਗ-ਅਲੱਗ ਟੌਪਿਕਸ ਕਰਾਂਗੇ, ਦੋਨਾਂ ਦੇ ਅਲੱਗ-ਅਲੱਗ ਆਪਰੇਨ ਕਰਾਂਗੇ। ਸੋ ਉਸ ਦੇ ਲਈ ਮੈਂ ਹੁਣ ਮੂਵ ਕਰ ਰਿਹਾ ਤੁਹਾਡੀ ਬੁੱਕ ਦੇ ਉੱਤੇ। ਬੇਟਾ ਬੁੱਕ ਦੇ ਉੱਤੇ ਮੂਵ ਕਰਨ ਤੋਂ ਪਹਿਲਾਂ ਇੱਕ ਵਾਰ ਅਸੀਂ ਆਪਰਨ ਦਾ ਕੰਸੈਪਟ ਸਮਝ ਲਈਏ ਕਿ ਇਹ ਕੀ ਚੀਜ਼ ਹੈ। ਅਸਲ ਦੇ ਵਿੱਚ ਬੇਟਾ ਕਿਸੇ ਵੀ ਮੈਟਾਬੋਲਿਕ ਰਿਐਕਸ਼ਨ ਨੂੰ ਕੰਟਰੋਲ ਕਰਨ ਦੇ ਲਈ ਨਾ ਬਹੁਤ ਸਾਰੇ ਜੀਨਸ ਦੀ ਰਿਕੁਆਇਰਮੈਂਟ ਹੁੰਦੀ ਹੈ। ਸੈੱਟ ਆਫ ਜੀਨਸ ਸਾਨੂੰ ਚਾਹੀਦਾ ਹੁੰਦਾ ਹੈ। ਅੱਜ ਦੇ ਟੌਪਿਕ ਜਾ ਕੇ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਜੀਨਸ ਕਿਹੜੇ-ਕਿਹੜੇ ਨੇ। ਅਲੱਗ-ਅਲੱਗ ਤਰ੍ਹਾਂ ਦੇ ਜੀਨ ਨੇ, ਜਿਸ ਤਰ੍ਹਾਂ ਸਟਰਕਚਰਲ ਜੀਨ ਹੋਣਗੇ, ਪ੍ਰਮੋਟਰ ਜੀਨ ਹੋਣਗੇ, ਆਪਰੇਟਰ ਹੋਣਗੇ, ਰੈਗੂਲੇਟਰ ਹੋਣਗੇ। ਇਹ ਸਾਰੇ ਨਾਮ ਸਮਝ ਲੱਗ ਜਾਣਗੇ ਅੱਜ ਦੇ ਲੈਕਚਰ ਦੇ ਵਿੱਚ। ਤਾਂ ਬੇਟਾ ਇਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜੀਨਸ ਦਾ ਜਿਹੜਾ ਗਰੁੱਪ ਹੁੰਦਾ ਹੈ ਉਸ ਗਰੁੱਪ ਨੂੰ ਹੀ ਅਸੀਂ ਆਪਰਨ ਬੋਲਦੇ ਹਾਂ। ਸੋ ਆਪਰਨ ਕੀ ਹੈ? ਆਲ ਦਾ ਜੀਨਸ ਵਿੱਚ ਰੈਗੂਲੇਟ ਅ ਮੈਟਾਬੋਲਿਕ ਰਿਐਕਸ਼ਨ, ਉਹ ਸਾਰੇ ਇੱਕ ਆਪਰਨ ਬਣਾਉਂਦੇ ਆ। ਜਿਸ ਤਰ੍ਹਾਂ ਅਲੱਗ-ਅਲੱਗ ਦੇ ਆਪਰਨ ਨੇ, ਲੈਕ ਆਪਰਨ ਹੈ, ਟ੍ਰਿਪਟੋਫਨ ਆਪਰਨ ਹੈ, ਅਲੱਗ-ਅਲੱਗ ਤਰ੍ਹਾਂ ਦੇ ਵੈਲੀਨ ਹੈ, ਹਿਸਟੀਡੀਨ ਨਾਲ ਰਿਲੇਟਡ ਹੈ, ਅਲੱਗ-ਅਲੱਗ ਤਰ੍ਹਾਂ ਦੇ ਆਪਰਨ ਨੇ। ਬਟ ਅਸੀਂ ਆਪਣੇ ਸਿਲੇਬਸ ਦੇ ਪੁਆਇੰਟ ਆਫ ਵਿਊ ਤੋਂ ਅੱਜ ਇਹਨਾਂ ਦੇ ਵਿੱਚੋਂ ਦੋ ਜਿਹੜੇ ਆਪਰਨ ਨੇ, ਲੈਕ ਆਪਰਨ ਅਤੇ ਟ੍ਰਿਪਟੋਫਨ ਆਪਰਨ, ਦੋਨੋਂ ਪੜ੍ਹਾਂਗੇ। ਜਿਵੇਂ ਕਿ ਬੇਟਾ ਤੁਹਾਨੂੰ ਮੈਂ ਲਾਸਟ ਸਲਾਈਡ ਦੇ ਵਿੱਚ ਦੱਸਿਆ ਸੀ ਕਿ ਇੱਕ ਵਾਰ ਤਾਂ ਹੁੰਦੀ ਹੈ ਇੰਡਕਸ਼ਨ। ਇੰਡਕਸ਼ਨ ਦੇ ਵਿੱਚ ਮਤਲਬ ਕਿ ਨਾਰਮਲੀ ਜਿਹੜਾ ਸਿਸਟਮ ਹੈਗਾ ਸਾਡੇ ਕੋਲ ਟਰਨ ਆਫ ਹੈ, ਬਟ ਜਦੋਂ ਇੰਡਿਊਸਰ ਪਿਆ ਸਿਰਫ ਉਦੋਂ ਹੀ ਚੱਲਦਾ ਹੈ। ਉਹਦੀ ਐਗਜ਼ਾਮਪਲ ਤਾਂ ਹੈਗੀ ਹੈ ਬੇਟਾ ਲੈਕ ਆਪਰਨ। ਅਤੇ ਦੂਸਰਾ ਅਸੀਂ ਕਿਹਾ ਕਿ ਨਾਰਮਲੀ ਉਹ ਜਿਹੜਾ ਮੈਟਾਬੋਲਾਈਟ ਬਣਦਾ ਰਹਿੰਦਾ, ਸਵਿਚ ਔਨ ਹੀ ਹੁੰਦਾ ਸਿਸਟਮ, ਬਟ ਸਵਿਚ ਆਫ ਹੋ ਜਾਂਦਾ ਜਦੋਂ ਮੈਟਾਬੋਲਾਈਟ ਨੂੰ ਐਕਸਟਰਨਲੀ ਐਡ ਕਰਦੇ ਹਾਂ। ਤਾਂ ਇਹ ਰਿਪਰੈਸ਼ਨ, ਇਹਦੀ ਐਗਜ਼ਾਮਪਲ ਬੇਟਾ ਸਾਡੇ ਕੋਲ ਹੈਗੀ ਹੈ ਟ੍ਰਿਪਟੋਫਨ ਆਪਰਨ। ਤਾਂ ਇਹ ਦੋਨੋਂ ਆਪਰਨ, ਇੰਡਿਊਸੀਬਲ ਦੀ ਲੈਕ ਆਪਰਨ ਅਤੇ ਰਿਪਰੈਸੀਬਲ ਦੀ ਟ੍ਰਿਪਟੋਫਨ ਆਪਰਨ, ਅੱਜ ਦੇ ਅਸੀਂ ਇਸ ਟੌਪਿਕ ਦੇ ਵਿੱਚ ਪੜ੍ਹਨੇ ਹੈ। ਤਾਂ ਬੇਟਾ ਇਹ ਜਿਹੜਾ ਕਨਸੈਪਟ ਹੈਗਾ ਆਪਰਨ ਦਾ, ਇਹ ਜੈਕਬ ਅਤੇ ਮੋਨਡ ਨੇ ਦਿੱਤਾ ਸੀ 1965 ਦੇ ਵਿੱਚ। ਇਸ ਦੇ ਲਈ ਉਹਨਾਂ ਨੂੰ ਬੇਟਾ ਨੋਬਲ ਪ੍ਰਾਈਜ਼ ਵੀ ਮਿਲਿਆ ਹੈ। ਸੋ ਅਸੀਂ ਇਹ ਸਭ ਕੁਝ ਪੜ੍ਹਨਾ ਹੈ। ਸੋ ਬੇਟਾ ਹੁਣ ਅਸੀਂ ਆਪਣੀ ਬੁੱਕ ਦੇ ਵਿੱਚੋਂ ਇਹ ਟੌਪਿਕ ਸਟਾਰਟ ਕਰਦੇ ਹਾਂ। ਸੋ ਲੈਟਸ ਸਟਾਰਟ ਬੇਟਾ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ, ਲੈਕ ਆਪਰਨ। ਸੋ ਬੇਟਾ ਸਾਡਾ ਟੌਪਿਕ ਹੈ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਇਨ ਪ੍ਰੋਕੈਰੀਓਟਸ। ਮੈਂ ਆਲਰੇਡੀ ਦੱਸ ਚੁੱਕਿਆ ਕਿ ਅਸੀਂ ਮੇਨਲੀ ਪ੍ਰੋਕੈਰੀਓਟਸ ਦੀ ਗੱਲ ਕਰਾਂਗੇ। ਤਾਂ ਜਿਹੜਾ ਬੈਕਟੀਰੀਆ ਹੈ ਦੇ ਕੈਨ ਰੈਗੂਲੇਟ ਦਾ ਸਿੰਥਸਿਸ ਆਫ ਐਂਜ਼ਾਈਮਸ ਇਨ ਸੱਚ ਅ ਵੇ, ਕਿ ਇਹੋ ਜਿਹੇ ਤਰੀਕੇ ਨਾਲ ਰੈਗੂਲੇਟ ਕਰ ਸਕਦਾ ਹੈ that the enzymes are produced only when the substrate on which these enzymes have to act are present। ਮਤਲਬ ਕਿ ਇੰਜ਼ਾਈਮ ਸਿਰਫ ਉਦੋਂ ਹੀ ਪ੍ਰੋਡਿਊਸ ਹੋਣ when they are required। ਕਦੋਂ ਰਿਕੁਆਇਰਡ ਨੇ? ਜਦੋਂ ਉਹ ਸਬਸਟ੍ਰੇਟ ਪ੍ਰੈਜੈਂਟ ਹੈ, ਜਿਹੜੇ ਸਬਸਟ੍ਰੇਟ ਦੇ ਉੱਤੇ ਇਹਨਾਂ ਨੇ ਐਕਟ ਕਰਨਾ ਜਾ ਕੇ। ਸੋ ਇਸ ਦੇ ਲਈ ਸਾਡੇ ਕੋਲ ਸਭ ਤੋਂ ਪਹਿਲਾ ਜਿਹੜਾ ਆਪਰੇਨ ਹੈਗਾ ਬੇਟਾ ਉਹ ਲੈਕਟੋਜ਼ ਜਾਂ ਲੈਕ ਆਪਰੇਨ ਹੈਗਾ। ਇੱਥੇ ਦੱਸਿਆ ਹੈ ਕਿ ਆਪਰਨਸ ਆਰ ਆਫ ਟੂ ਟਾਈਪਸ, ਇੰਡਿਊਸੀਬਲ ਆਪਰਨ ਐਂਡ ਰਿਪਰੈਸੀਬਲ ਆਪਰਨ। ਤਾਂ ਇਹ ਜਿਹੜਾ ਜੈਕਬ ਅਤੇ ਮੋਨਡ ਨੇ, ਇਹਨਾਂ ਨੇ ਜੋ ਬੇਟਾ ਕਨਸੈਪਟ ਦਿੱਤਾ ਸੀਗਾ ਆਪਰਨ ਦਾ, ਉਸ ਦੇ ਬੇਸ 'ਤੇ 1965 ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਸੋ ਆਪਰਨ ਕੀ ਹੈ? ਮੈਂ ਆਲਰੇਡੀ ਦੱਸ ਚੁੱਕਿਆ ਕਿ ਇਹ ਉਹਨਾਂ ਸਾਰੇ ਜੀਨਸ ਦਾ ਗਰੁੱਪ ਹੈਗਾ, ਉਹਨਾਂ ਸਾਰੇ ਜੀਨਸ ਦਾ ਸਮੂਹ ਹੈ ਜਿਹੜੇ ਕਿਸੇ ਮੈਟਾਬੋਲਿਕ ਰਿਐਕਸ਼ਨ ਦੇ ਵਿੱਚ ਰੈਗੂਲੇਸ਼ਨ ਦਾ ਕੰਮ ਕਰਦੇ, ਉਸ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹੈ। ਇਹਦੇ ਵਿੱਚ ਬੇਟਾ ਕਿਹੜੇ-ਕਿਹੜੇ ਜੀਨਸ ਆ ਜਾਂਦੇ ਨੇ, ਉਹ ਸਾਰੇ ਜੀਨਸ ਪੜ੍ਹਦੇ ਹੈ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਇੰਡਿਊਸੀਬਲ ਆਪਰਨ। This operin is switched on when the chemical called inducer is present। ਮੈਂ ਤੁਹਾਨੂੰ ਗੱਲ ਸਮਝਾ ਕੇ ਹਟਿਆ ਸੀ ਹੁਣੇ ਕਿ ਸਾਡੇ ਕੋਲੇ DNA ਹੈ, DNA ਤੋਂ mRNA ਅਤੇ ਉਸ ਤੋਂ ਕੀ ਬਣ ਰਹੇ ਨੇ? ਪ੍ਰੋਟੀਨ ਬਣ ਰਹੇ ਨੇ। ਤਾਂ ਇਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਨਾਰਮਲੀ ਸਵਿਚ ਆਫ ਰਹੂਗਾ, ਬਟ ਦਿਸ ਵਿਲ ਬੀ ਸਵਿਚਡ ਔਨ ਓਨਲੀ ਵੈਨ ਦਾ ਕੈਮੀਕਲ ਕਾਲਡ ਇੰਡਿਊਸਰ ਇਜ਼ ਪ੍ਰੈਜੈਂਟ। ਜਦੋਂ ਇੰਡਿਊਸਰ ਪ੍ਰੈਜੈਂਟ ਹੈ ਉਦੋਂ ਹੀ ਸਵਿਚ ਔਨ ਹੋਣਾ ਹੈ।
ਤਾਂ ਇਸ ਦੇ ਵਿੱਚ ਕਿਹੜੇ-ਕਿਹੜੇ ਕੰਪੋਨੈਂਟ ਨੇ। ਸਭ ਤੋਂ ਪਹਿਲਾ ਕੰਪੋਨੈਂਟ ਬੇਟਾ ਇਸ ਦੇ ਵਿੱਚ ਹੈ ਸਟਰਕਚਰਲ ਜੀਨ। ਬਟ ਇਹਨਾਂ ਕੰਪੋਨੈਂਟਸ ਨੂੰ ਬੁੱਕ ਦੇ ਵਿੱਚ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਡਾਇਗਰਾਮ ਤੋਂ ਸਾਰਾ ਜਿਹੜਾ ਹੈਗਾ ਇਸ ਦਾ ਕਨਸੈਪਟ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦੇ ਵਿੱਚ ਐਕਚੁਅਲੀ ਹੈ ਕੀ ਕੁਝ। ਇਹ ਦੇਖੋ ਬੇਟਾ, ਇਹ ਆਪਣੇ ਕੋਲ ਇੱਕ DNA ਦਾ ਸੈਗਮੈਂਟ ਹੈ। ਇਹ ਜਿਹੜਾ ਸਾਰਾ ਪਿਆ ਦਿਸ ਇਜ਼ ਅ ਸੈਗਮੈਂਟ ਆਫ DNA। ਇਸ DNA ਸੈਗਮੈਂਟ ਦੇ ਉੱਤੇ ਕਿਹੜੇ-ਕਿਹੜੇ ਬੇਟਾ ਜੀਨਸ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਥੇ 3 ਜੀਨਸ ਪਏ ਨੇ, LAC, Z, Y ਐਂਡ A। ਇਹ ਤਿੰਨੋਂ ਸਟਰਕਚਰਲ ਜੀਨਸ ਨੇ, ਮਤਲਬ ਕਿ ਇਹ ਉਹ ਜੀਨਸ ਹੈਗੇ ਨੇ ਜਿਹੜੇ ਜੀਨਸ ਨੇ ਆਪਣੇ ਤੋਂ mRNA ਬਣਾ ਕੇ ਪ੍ਰੋਟੀਨ ਸਿੰਥਸਿਸ ਕਰਨੀ ਹੈ ਅਤੇ ਪ੍ਰੋਟੀਨਸ ਦੇ ਨਾਲ ਉਹ ਇੰਜ਼ਾਈਮਸ ਪ੍ਰੋਡਿਊਸ ਕਰਨੇ ਹੈ ਜਿਹੜੇ ਇੰਜ਼ਾਈਮਸ ਲੈਕਟੋਜ਼ ਦੀ ਬ੍ਰੇਕਡਾਊਨ ਦੇ ਵਿੱਚ ਹੈਲਪ ਕਰਨਗੇ। ਮਤਲਬ ਕਿ ਐਕਚੁਅਲ ਦੇ ਵਿੱਚ ਜਿਹੜੇ ਸਟਰਕਚਰਲ ਜੀਨਸ ਨੇ ਜਿੱਥੇ ਅਸੀਂ ਰੈਗੂਲੇਸ਼ਨ ਕਰਨਾ ਚਾਹੁੰਦੇ ਹਾਂ ਉਹ ਇਹੀ ਜੀਨਸ ਨੇ। ਇੱਥੇ ਇਸੇ ਲੈਵਲ 'ਤੇ ਹੀ ਆ ਕੇ ਅਸੀਂ ਰੈਗੂਲੇਸ਼ਨ ਕਰਨੀ ਹੈ। ਇਹਨਾਂ ਦੀ ਐਕਟੀਵਿਟੀ ਨੂੰ ਹੀ ਅਸੀਂ ਕੰਟਰੋਲ ਕਰਨਾ ਹੈ। ਬਟ ਇਹਨਾਂ ਦੀ ਐਕਟੀਵਿਟੀ ਨੂੰ ਕੰਟਰੋਲ ਕਰਨ ਲਈ ਹੋਰ ਕਿਹੜੇ-ਕਿਹੜੇ ਜੀਨਸ ਕੰਮ ਕਰ ਰਹੇ ਹੈ। ਇਸ ਦੇ ਨਾਲ ਹੀ ਪਿਆ ਹੈ ਓਪਰੇਟਰ ਜੀਨ, ਜਿਹੜਾ ਕਿ ਸਟਰਕਚਰਲ ਜੀਨ ਦੇ ਬਿਲਕੁਲ ਨਾਲ ਪਿਆ ਹੈ। ਉਸ ਤੋਂ ਬਾਅਦ ਦੇ ਵਿੱਚ ਹੈ ਪ੍ਰਮੋਟਰ ਜੀਨ। ਪ੍ਰਮੋਟਰ ਜੀਨ ਤੋਂ ਇਲਾਵਾ ਇੱਕ ਹੋਰ ਇਸ ਦੇ ਵਿੱਚ ਕਿਹੜਾ ਜੀਨ ਪਿਆ ਹੈ, ਰੈਗੂਲੇਟਰ ਜੀਨ ਪਿਆ, ਜਿਹੜਾ ਇਸ ਨੂੰ ਐਕਚੁਅਲ ਦੇ ਵਿੱਚ ਰੈਗੂਲੇਟ ਕਰਦਾ ਹੈ। ਤਾਂ ਹੁਣ ਹੋਏਗਾ ਕੀ, ਕਿਸ ਤਰੀਕੇ ਨਾਲ ਰੈਗੂਲੇਸ਼ਨ ਹੋਏਗੀ। ਤੁਸੀਂ ਵੇਖੋ ਕਿ ਜਿਹੜਾ ਆਪਣੇ ਕੋਲ DNA ਦਾ ਪਾਰਟ ਹੈ, ਇਸ DNA ਦੇ ਪਾਰਟ ਤੋਂ ਬੇਟਾ ਕੀ ਸਿੰਥਸਾਈਜ਼ ਹੋਣਾ ਹੈ, ਇੱਥੋਂ mRNA ਸਿੰਥਸਾਈਜ਼ ਹੋਣਾ ਹੈ। ਜੇ ਤੁਸੀਂ ਟਰਾਂਸਕ੍ਰਿਪਸ਼ਨ ਧਿਆਨ ਨਾਲ ਪੜ੍ਹਿਆ ਹੋਵੇ ਤਾਂ ਤੁਹਾਨੂੰ ਪਤਾ ਹੋਏਗਾ ਕਿ DNA ਤੋਂ ਜਦੋਂ mRNA ਬਣਾਉਣਾ ਹੈ ਤਾਂ ਫॉर दैट ਇੱਕ ਐਂਜ਼ਾਈਮ ਚਾਹੀਦਾ ਜਿਹੜਾ DNA ਦੇ ਉੱਤੇ ਆ ਕੇ ਲੱਗੇਗਾ, ਦੈਟ ਇਜ਼ RNA ਪੋਲੀਮਰੇਜ਼। ਅਤੇ ਉਹ RNA ਪੋਲੀਮਰੇਜ਼ ਜਿਹੜਾ ਐਂਜ਼ਾਈਮ ਹੈ ਨਾ, ਉਹ ਆ ਕੇ ਇਸ ਪ੍ਰਮੋਟਰ ਜੀਨ ਦੇ ਉੱਤੇ ਲੱਗੂਗਾ। ਜਦੋਂ RNA ਪੋਲੀਮਰੇਜ਼ ਨੇ ਪ੍ਰਮੋਟਰ ਜੀਨ ਦੇ ਉੱਤੇ ਆ ਕੇ ਲੱਗਣਾ ਹੈ ਤਾਂ ਇੱਥੇ ਲੱਗਣ ਤੋਂ ਬਾਅਦ 'ਚ ਇਹਨੇ ਪਾਸ ਔਨ ਹੋ ਜਾਣਾ ਟੂਵਰਡਸ ਸਟਰਕਚਰਲ ਜੀਨ। ਤਾਂ ਹੁਣ ਧਿਆਨ ਨਾਲ ਵੇਖੋ ਕਿ ਜਦੋਂ ਇਹ ਪ੍ਰਮੋਟਰ ਜੀਨ ਦੇ ਉੱਤੇ ਲੱਗ ਕੇ ਜਿਹੜਾ ਆਪਣੇ ਕੋਲ RNA ਪੋਲੀਮਰੇਜ਼ ਹੈ ਪਾਸ ਔਨ ਹੋ ਰਿਹਾ ਟੂ ਸਟਰਕਚਰਲ ਜੀਨ, ਤਾਂ ਰਸਤੇ ਦੇ ਵਿੱਚ ਕੀ ਪੈ ਗਿਆ ਇਸ ਨੂੰ, ਓਪਰੇਟਰ ਜੀਨ। ਇਹਨੂੰ ਓਪਰੇਟਰ ਜੀਨ ਤੋਂ ਪਾਸ ਹੋ ਕੇ ਜਾਣਾ ਪਊਗਾ। ਇਹੀ ਓਪਰੇਟਰ ਜੀਨ ਡਿਸਾਈਡ ਕਰੂਗਾ ਕਿ RNA ਪੋਲੀਮਰੇਜ਼ ਨੂੰ ਅੱਗੇ ਮੂਵ ਕਰਵਾਇਆ ਜਾਵੇ ਕਿ ਨਹੀਂ ਕਰਵਾਇਆ ਜਾਵੇ। ਜੇ ਤਾਂ ਓਪਰੇਟਰ ਜੀਨ ਹੈਗਾ ਟਰਨਡ ਔਨ ਦਾ ਮਤਲਬ ਕੀ ਹੈ ਕਿ ਇਹ ਕਹਿੰਦਾ RNA ਪੋਲੀਮਰੇਜ਼ ਨੂੰ ਰਸਤਾ ਇਹਨੇ ਦੇ ਤਾ ਕਿ RNA ਪੋਲੀਮਰੇਜ਼ ਇੱਥੋਂ ਚਲਿਆ ਜਾਵੇ। RNA ਪੋਲੀਮਰੇਜ਼ ਇੱਥੋਂ ਚਲਿਆ ਜਾਊਗਾ, ਇੱਧਰ ਆ ਜਾਊਗਾ ਸਟਰਕਚਰਲ ਜੀਨਸ ਕੋਲੇ। ਸਟਰਕਚਰਲ ਜੀਨਸ ਕੋਲੇ ਜਦੋਂ RNA ਪੋਲੀਮਰੇਜ਼ ਆ ਜਾਊਗਾ ਤਾਂ ਸਟਰਕਚਰਲ ਜੀਨਸ ਕੀ ਬਣਾ ਦੇਣਗੇ, mRNA। ਅਤੇ mRNA ਤੋਂ ਅੱਗੇ ਕੀ ਬਣ ਜਾਣਗੇ, ਪ੍ਰੋਟੀਨ। ਅਤੇ ਉਹੀ ਪ੍ਰੋਟੀਨ ਕਾਹਦਾ ਕੰਮ ਕਰਨਗੇ, ਇੰਜ਼ਾਈਮ ਦਾ। ਇਹਦਾ ਮਤਲਬ ਇੰਜ਼ਾਈਮਸ ਬਣ ਜਾਣਗੇ ਜਦੋਂ ਓਪਰੇਟਰ ਜੀਨ ਸਵਿਚ ਔਨ ਹੈ। ਹੁਣ ਮੰਨ ਲਓ ਓਪਰੇਟਰ ਜੀਨ ਸਵਿਚ ਆਫ ਹੋ ਗਿਆ। ਓਪਰੇਟਰ ਜੀਨ ਕਹਿੰਦਾ ਕਿ ਉਹ RNA ਪੋਲੀਮਰੇਜ਼ ਨੂੰ ਰਸਤਾ ਨਹੀਂ ਦਊਗਾ, ਤਾਂ RNA ਪੋਲੀਮਰੇਜ਼ ਇੱਥੇ ਆ ਕੇ ਲੱਗ ਗਿਆ ਪ੍ਰਮੋਟਰ ਜੀਨ ਕੋਲੇ, ਪਰ ਅੱਗੇ ਨਹੀਂ ਜਾ ਰਿਹਾ ਕਿਉਂਕਿ ਓਪਰੇਟਰ ਜੀਨ ਨੇ ਰਸਤਾ ਬਲੌਕ ਕੀਤਾ ਹੋਇਆ ਹੈ। ਜਦੋਂ ਰਸਤਾ ਬਲੌਕ ਕੀਤਾ ਹੋਇਆ ਹੈ ਤਾਂ ਸਟਰਕਚਰਲ ਜੀਨਸ ਨੂੰ RNA ਪੋਲੀਮਰੇਜ਼ ਨਹੀਂ ਮਿਲਿਆ। RNA ਪੋਲੀਮਰੇਜ਼ ਨਹੀਂ ਮਿਲੂਗਾ ਤਾਂ mRNA ਨਹੀਂ ਬਣਾ ਸਕਦੇ, ਤਾਂ ਪ੍ਰੋਟੀਨ ਸਿੰਥਸਿਸ ਵੀ ਨਹੀਂ ਹੋ ਸਕਦੀ। ਇਹਦਾ ਮਤਲਬ ਸਬ ਸਿਸਟਮ ਸਵਿਚ ਆਫ ਹੋ ਜਾਊਗਾ ਜਦੋਂ ਓਪਰੇਟਰ ਜੀਨ ਸਵਿਚ ਆਫ ਹੈ। ਇਹਦਾ ਮਤਲਬ ਇਹ ਸਾਰਾ ਪ੍ਰੋਸੈਸ ਕੰਮ ਕਰੇ ਕਿ ਨਾ ਕਰੇ, ਪ੍ਰੋਟੀਨ ਸਿੰਥਸਿਸ ਹੋਵੇ ਜਾਂ ਨਾ ਹੋਵੇ, ਇਹ ਚੀਜ਼ ਕਿਹਦੇ ਕੋਲੇ ਹੈਗਾ, ਸਾਰਾ ਕੰਟਰੋਲ ਕਿਹਦੇ ਕੋਲੇ ਹੈ, ਓਪਰੇਟਰ ਜੀਨ ਕੋਲੇ ਹੈ। ਓਪਰੇਟਰ ਜੀਨ ਇਸ ਨੂੰ ਕੰਟਰੋਲ ਕਰ ਰਿਹਾ ਹੈ। ਹੁਣ ਓਪਰੇਟਰ ਜੀਨ ਇਸ ਨੂੰ ਕੰਟਰੋਲ ਕਿਵੇਂ ਕਰ ਰਿਹਾ, ਕੀ ਇਕੱਲਾ ਹੀ ਕਰ ਰਿਹਾ, ਅਸਲ ਦੇ ਵਿੱਚ ਇਸ ਦੀ ਹੈਗੀ ਹੈ ਰੈਗੂਲੇਸ਼ਨ। ਰੈਗੂਲੇਟਰ ਜੀਨ ਇਸ ਦੇ ਵਿੱਚ ਹੈਲਪ ਕਰ ਰਿਹਾ। ਕਿਵੇਂ ਹੈਲਪ ਕਰ ਰਿਹਾ, ਇਸ ਡਾਇਗਰਾਮ ਦੇ ਵਿੱਚ ਧਿਆਨ ਨਾਲ ਦੇਖੋ ਕਿ ਰੈਗੂਲੇਟਰ ਜੀਨ ਵੀ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ। mRNA ਬਣਾ ਲਿਆ, mRNA ਤੋਂ ਪ੍ਰੋਟੀਨ ਬਣ ਗਏ ਜਿਹੜੇ ਕਿ ਰਿਪਰੈਸਰ ਦਾ ਕੰਮ ਕਰਦੇ ਨੇ, ਅਤੇ ਇਹ ਆ ਕੇ ਬੇਟਾ ਇੱਥੇ ਓਪਰੇਟਰ ਜੀਨ ਦੇ ਨਾਲ ਲੱਗ ਜੂਗਾ। ਜਦੋਂ ਓਪਰੇਟਰ ਜੀਨ ਨਾਲ ਲੱਗ ਜੂਗਾ ਤਾਂ ਓਪਰੇਟਰ ਜਿਹੜਾ ਸਵਿਚ ਆਫ ਹੋ ਗਿਆ, ਹੁਣ ਇਹ mRNA ਪੋਲੀਮਰੇਜ਼ ਨੂੰ ਅੱਗੇ ਪਾਸ ਨਹੀਂ ਹੋਣ ਦੇ ਰਿਹਾ। ਸੋ ਕੇਸ ਨੰਬਰ 1 ਆ ਦਿੱਤਾ ਹੋਇਆ, ਇੱਥੇ ਧਿਆਨ ਨਾਲ ਸਮਝੋ ਇਸ ਚੀਜ਼ ਨੂੰ। ਇਸ ਕੇਸ ਦੇ ਵਿੱਚ ਬੇਟਾ ਰੈਗੂਲੇਟਰ ਜੀਨ ਨੇ ਜੋ ਰਿਪਰੈਸਰ ਦਿੱਤਾ, ਰਿਪਰੈਸਰ ਦੀ ਆਹ ਸਾਈਟ ਦੇਖੋ ਬਿਲਕੁਲ ਫਿੱਟ ਹੋ ਰਹੀ ਹੈ ਇਸ ਦੇ ਵਿੱਚ ਜਾ ਕੇ, ਅਤੇ ਜਦੋਂ ਫਿੱਟ ਹੋ ਰਹੀ ਹੈ ਤਾਂ ਇਸ ਨੂੰ ਕੀ ਕੀਤਾ ਹੋਇਆ, ਇਸਨੇ ਸਵਿਚ ਆਫ ਕੀਤਾ ਹੋਇਆ। ਜਦੋਂ ਸਵਿਚ ਆਫ ਕੀਤਾ ਹੋਇਆ ਤਾਂ RNA ਪੋਲੀਮਰੇਜ਼ ਅੱਗੇ ਮੂਵ ਔਨ ਨਹੀਂ ਕਰ ਰਿਹਾ। ਤਾਂ ਹੁਣ ਦੂਸਰੇ ਕੇਸ ਦੇ ਵਿੱਚ ਕੀ ਹੈ, ਦਿਸ ਇਜ਼ ਕੇਸ ਨੰਬਰ 2, ਜਿਹੜਾ ਨੀਚੇ ਹੈਗਾ ਇਹ ਕੇਸ ਨੰਬਰ 2 ਹੈਗਾ ਬੇਟਾ। ਇਸ ਕੇਸ ਨੰਬਰ 2 ਦੇ ਵਿੱਚ ਦੇਖੋ ਕੀ ਹੈ,
ਇੱਥੇ ਕੀ ਹੈ, ਇੱਥੇ ਬਾਹਰੋਂ ਜਿਹੜਾ ਲੈਕਟੋਜ਼ ਆ ਗਿਆ, ਇਹ ਇੰਡਿਊਸਰ ਦਾ ਕੰਮ ਕਰ ਰਿਹਾ ਹੈ ਤੇ ਇਸ ਇੰਡਿਊਸਰ ਨੇ ਆ ਕੇ ਇਸ ਰਿਪਰੈਸਰ ਦੇ ਨਾਲ ਬੌਂਡ ਬਣਾ ਲਿਆ, ਇੰਡਿਊਸਰ ਰਿਪਰੈਸਰ ਕੰਪਲੈਕਸ ਬਣ ਗਿਆ। ਇੰਡਿਊਸਰ ਰਿਪਰੈਸਰ ਕੰਪਲੈਕਸ ਬਣਨ ਦੇ ਨਾਲ ਇਹਦੀ ਸ਼ੇਪ ਉੱਪਰੋਂ ਚੇਂਜ ਹੋ ਗਈ। ਜਦੋਂ ਸ਼ੇਪ ਚੇਂਜ ਹੋ ਗਈ, ਨਾਓ ਦਿਸ ਇਜ਼ ਅਨਏਬਲ ਟੂ ਬਾਈਂਡ ਵਿਦ ਓਪਰੇਟਰ ਜੀਨ। ਹੁਣ ਇਹ ਓਪਰੇਟਰ ਜੀਨ ਨਾਲ ਬਾਈਂਡ ਨਹੀਂ ਕਰ ਸਕਦਾ। ਜਦੋਂ ਓਪਰੇਟਰ ਜੀਨ ਨਾਲ ਬਾਈਂਡ ਨਹੀਂ ਕਰੂਗਾ ਤਾਂ ਓਪਰੇਟਰ ਜੀਨ ਤਾਂ ਟਰਨ ਔਨ ਹੋ ਗਿਆ। ਇਹ ਜਿਹੜਾ ਹੈਗਾ RNA ਪੋਲੀਮਰੇਜ਼ ਦਾ ਰਸਤਾ ਰੋਕ ਨਹੀਂ ਪਾ ਰਿਹਾ, ਰਸਤਾ ਰੋਕ ਨਹੀਂ ਪਾ ਰਿਹਾ ਤਾਂ RNA ਪੋਲੀਮਰੇਜ਼ ਲੈਕ Z, Y ਤੇ A ਕੋਲੇ ਜਾਊਗਾ ਤੇ ਉਹਨਾਂ ਨੂੰ ਐਕਟੀਵੇਟ ਕਰਕੇ ਉਹਨਾਂ ਤੋਂ mRNA ਬਣਾ ਦੂਗਾ, ਜਿਹੜੇ ਕੀ ਬਣਾ ਦੇਣਗੇ ਇੰਜ਼ਾਈਮਸ, ਤੇ ਉਹਨਾਂ ਇੰਜ਼ਾਈਮਸ ਨੇ ਲੈਕਟੋਜ਼ ਦੀ ਬ੍ਰੇਕਡਾਊਨ ਕਰ ਦੇਣੀ ਇਨਟੂ ਗਲੂਕੋਜ਼ ਐਂਡ ਗਲੈਕਟੋਜ਼। ਇਹਦਾ ਮਤਲਬ ਲੈਕਟੋਜ਼ ਨੇ ਆਪਦੀ ਬ੍ਰੇਕਡਾਊਨ ਕਰਨ ਦੇ ਲਈ ਖੁਦ ਹੀ ਇੰਡਿਊਸਰ ਦਾ ਕੰਮ ਕੀਤਾ। ਉਹਨੇ ਇੰਡਿਊਸਰ ਦਾ ਕੰਮ ਕਰਕੇ ਕੀ ਕੀਤਾ, ਜਿਹੜੇ ਰਿਪਰੈਸਰ ਨੇ ਉਹਦੇ ਰਸਤੇ ਨੂੰ ਆਲਰੇਡੀ ਰੋਕ ਰੱਖਿਆ ਸੀ, ਉਹਨੇ ਉਸ ਰਿਪਰੈਸਰ ਨੂੰ ਆਪਦੇ 'ਚ ਇੰਗੇਜ ਕਰ ਲਿਆ। ਜਾਂ ਆਪਾਂ ਆਮ ਸ਼ਬਦਾਂ 'ਚ ਇਹ ਕਹਿ ਦਿਓ ਕਿ ਆਹ ਰਿਪਰੈਸਰ ਜਾ ਕੇ ਇਸ ਸਿਸਟਮ ਨੂੰ ਸਾਰੇ ਨੂੰ ਬੰਦ ਕਰਕੇ ਰੱਖਦਾ ਸੀ। ਇਹ ਚੌਕੀਦਾਰ ਸੀ ਰਿਪਰੈਸਰ, ਤਾਂ ਕਿ ਇਹ ਸਿਸਟਮ ਬੰਦ ਰਹੇ, ਸਿਸਟਮ ਕੰਮ ਨਾ ਕਰੇ। ਪਰ ਇੰਡਿਊਸਰ ਜਿਹੜਾ ਆ ਗਿਆ, ਲੈਕਟੋਜ਼ ਜਿਹੜਾ ਆ ਗਿਆ, ਲੈਕਟੋਜ਼ ਨੇ ਆ ਕੇ ਇਸ ਚੌਕੀਦਾਰ ਨੂੰ ਲਾ ਲਿਆ ਗੱਲਾਂ ਦੇ ਵਿੱਚ, ਤੇ ਜਦੋਂ ਇਹਨੂੰ ਗੱਲਾਂ ਦੇ ਵਿੱਚ ਲਾ ਲਿਆ ਤਾਂ ਇਹ ਜਾ ਕੇ ਉੱਥੇ ਬਾਈਂਡ ਨਹੀਂ ਕਰ ਸਕਿਆ ਤਾਂ ਪਿੱਛੋਂ ਦੀ ਜਿਹੜਾ RNA ਪੋਲੀਮਰੇਜ਼ ਅੱਗੇ ਲੰਘ ਗਿਆ ਤੇ ਅੱਗੇ ਜਾ ਕੇ ਉਸਨੇ ਕੀ ਕਰਤਾ, ਸਾਰੇ ਸਿਸਟਮ ਦੇ ਵਿੱਚ ਆ ਕੇ ਐਕਟੀਵੇਸ਼ਨ ਕਰਤੀ। ਐਕਟੀਵੇਸ਼ਨ ਕਰਕੇ mRNA ਬਣ ਗਿਆ, ਜਿਹਦੇ ਤੋਂ ਕੀ ਬਣ ਗਏ ਪ੍ਰੋਟੀਨਸ ਨੇ ਇੰਜ਼ਾਈਮ ਦਾ ਕੰਮ ਕੀਤਾ ਤੇ ਲੈਕਟੋਜ਼ ਦੀ ਬ੍ਰੇਕਡਾਊਨ ਹੋ ਗਈ। ਤਾਂ ਲੈਕਟੋਜ਼ ਨੇ ਰਿਪਰੈਸਰ ਨੂੰ ਗੱਲਾਂ ਦੇ ਵਿੱਚ ਲਾ ਕੇ ਆਪਦਾ ਕੰਮ ਕਰ ਲਿਆ ਤੇ ਆਪਦੇ ਲਈ ਜਿਹੜੇ ਨੈਸੈਸਰੀ ਇੰਜ਼ਾਈਮ ਸੀ ਉਹਨਾਂ ਇੰਜ਼ਾਈਮਸ ਦੀ ਸਿੰਥਸਿਸ ਕਰਵਾ ਲਈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀ ਗੱਲ ਸਮਝ ਲੱਗੀ ਹੋਏਗੀ ਕਿ ਕਿਵੇਂ ਇਹ ਸਿਸਟਮ ਕੰਮ ਕਰਦਾ ਹੈ। ਬਟ ਫਿਰ ਵੀ ਆਪਾਂ ਕਿਉਂਕਿ ਬੁੱਕ ਦੇ ਵਿੱਚੋਂ ਪੜ੍ਹਨਾ, ਨਾਲ ਨਾਲ ਤੁਹਾਨੂੰ ਮੈਂ ਦੱਸੂਗਾ ਕਿ ਕਿਹੜੇ ਸਟਰਕਚਰਲ ਜੀਨਸ ਨੇ, ਕਿਹੜੇ ਓਪਰੇਟਰ ਜੀਨ ਨੇ, ਕਿਹੜੇ ਪ੍ਰਮੋਟਰ ਜੀਨ ਨੇ, ਕਿਹੜੇ ਰੈਗੂਲੇਟਰ ਜੀਨ ਨੇ ਤੇ ਉਹ ਕਿਵੇਂ ਕੰਮ ਕਰਦੇ ਆ। ਤਾਂ ਆਪਾਂ ਬੁੱਕ ਦੇ ਵਿੱਚ ਇੱਕ ਵਾਰ ਪੜ੍ਹਦੇ ਹਾਂ। ਹਾਂਜੀ ਬੇਟਾ, ਵੈਨ ਲੈਕਟੋਜ਼ ਇਜ਼ ਐਡਡ ਟੂ ਈਕੋਲਾਈ, ਜਿਹੜਾ ਇਸ ਦੇ ਕਲਚਰ ਜਦੋਂ ਲੈਕਟੋਜ਼ ਐਡ ਕੀਤਾ ਜਾਂਦਾ ਤਾਂ mRNA ਜਿਹੜਾ ਹੈਗਾ ਉਹ ਇੰਜ਼ਾਈਮ ਪ੍ਰੋਡਿਊਸ ਕਰਦਾ ਹੈ। ਇਸ ਦੇ ਲਈ 3 ਜਿਹੜੇ ਸਟਰਕਚਰਲ ਜੀਨਸ ਹੈਗੇ ਹੈ, ਕਿਹੜੇ ਨੇ ਬੇਟਾ, ਲੈਕ Z, Y ਐਂਡ A। ਸੋ ਇਹ ਤਿੰਨੇ ਕਿਹੜੇ ਇੰਜ਼ਾਈਮਸ ਪ੍ਰੋਡਿਊਸ ਕਰਦੇ ਨੇ, ਬੀਟਾ ਗਲੈਕਟੋਸਾਈਡੇਜ਼, ਲੈਕਟੋਜ਼ ਪਰਮੀਏਜ਼ ਐਂਡ ਟਰਾਂਸਏਸਾਈਲੇਜ਼। ਇਹ ਤਿੰਨੋਂ ਇੰਜ਼ਾਈਮਸ ਜਿਹੜੇ ਇਹ ਪ੍ਰੋਡਿਊਸ ਕਰਦੇ ਆ। ਦੈਨ ਆ ਗਿਆ ਓਪਰੇਟਰ ਜੀਨ। ਓਪਰੇਟਰ ਜੀਨ ਦਾ ਹੁਣ ਕੀ ਕੰਮ ਹੈ, ਇਸੇ ਨੇ ਤੇ ਸਾਰਾ ਕੁਝ ਕੰਟਰੋਲ ਕਰਨਾ ਹੈ। ਕਿੱਥੇ ਪਿਆ ਇਹ, ਇਟ ਲਾਈਜ਼ ਐਡਜੈਸੈਂਟ ਟੂ ਸਟਰਕਚਰਲ ਜੀਨ। ਸੋ ਇਹ ਸਭ ਕੁਝ ਨੂੰ ਜਿਹੜਾ ਹੈਗਾ ਕੰਟਰੋਲ ਕਰਦਾ ਹੈ। operator does not function by producing a cytoplasmic substance rather as a site in the chromosome where the repressor joins। ਸੋ ਇਹ ਕੰਮ ਕਿਵੇਂ ਕਰਦਾ ਹੈ, ਇੱਕ ਇਹੋ ਜਿਹੀ ਸਾਈਟ ਦੇ ਤੌਰ ਤੇ ਕੰਮ ਕਰਦਾ ਹੈ ਜਿੱਥੇ ਆ ਕੇ ਰਿਪਰੈਸਰ ਲੱਗ ਸਕਦਾ ਹੈ। the repressor physically block the binding of RNA polymerase to the promoter and so keep the genes turn off। ਸੋ ਇੱਥੇ ਸਾਰੀ ਗੱਲ ਇਸ ਲਾਈਨ 'ਚ ਕਲੀਅਰ ਹੋ ਗਈ ਕਿ ਰਿਪਰੈਸਰ ਕੀ ਕਰਦਾ ਹੈ, ਇਹ ਫਿਜ਼ੀਕਲੀ ਜਿਹੜੀ ਹੈਗੀ ਹੈ RNA ਪੋਲੀਮਰੇਜ਼ ਦੀ ਬਾਈਂਡਿੰਗ ਨੂੰ ਰੋਕ ਦਿੰਦਾ ਹੈ ਕਿ RNA ਪੋਲੀਮਰੇਜ਼ ਪ੍ਰਮੋਟਰ ਦੇ ਨਾਲ ਬਾਈਂਡ ਹੀ ਨਾ ਕਰ ਸਕੇ। ਜਦੋਂ ਬਾਈਂਡ ਨਹੀਂ ਕਰ ਸਕੂਗਾ ਬੇਟਾ ਤਾਂ ਉਹ ਅੱਗੇ ਮੂਵ ਔਨ ਵੀ ਨਹੀਂ ਕਰੂਗਾ ਤੇ ਸਟਰਕਚਰਲ ਜੀਨ ਤੋਂ ਸਿੰਥਸਿਸ ਨਹੀਂ ਹੋਊਗੀ। ਸੋ ਇਹ ਹੋ ਗਿਆ ਆਪਰੇਟਰ ਜੀਨ। ਦੈਨ ਨੈਕਸਟ ਇਜ਼ ਪ੍ਰਮੋਟਰ ਜੀਨ। ਹੁਣ ਪ੍ਰਮੋਟਰ ਜੀਨ ਦਾ ਕੀ ਕੰਮ ਹੈ, ਪ੍ਰਮੋਟਰ ਜੀਨ ਜਿਹੜਾ ਹੈਗਾ ਆਪਰੇਟਰ ਜੀਨ ਦੇ ਨਾਲ ਪਿਆ, ਪਹਿਲੀ ਗੱਲ ਤਾਂ ਕਲੀਅਰ ਹੈ। ਦੂਜੀ ਗੱਲ, ਇਹਦਾ ਕੰਮ ਬੇਟਾ ਇਹ ਹੈ ਕਿ ਇਹ ਇੱਕ ਸਾਈਟ ਪ੍ਰੋਵਾਈਡ ਕਰਦਾ ਹੈ ਜਿਹੜੀ ਸਾਈਟ ਦੇ ਉੱਤੇ ਆ ਕੇ RNA ਪੋਲੀਮਰੇਜ਼ ਇੰਜ਼ਾਈਮ ਬਾਈਂਡ ਕਰਦਾ ਹੈ। ਜਦੋਂ ਆਪਰੇਟਰ ਟਰਨ ਔਨ ਹੁੰਦਾ ਹੈ, ਇੰਜ਼ਾਈਮ ਇਸ ਤੋਂ ਮੂਵ ਕਰਕੇ ਸਟਰਕਚਰਲ ਜੀਨਸ ਤੱਕ ਜਾਂਦਾ ਹੈ ਤੇ ਉੱਥੋਂ ਟਰਾਂਸਕ੍ਰਿਪਸ਼ਨ ਨੂੰ ਇਨੀਸ਼ੀਏਟ ਕਰ ਦਿੰਦਾ ਹੈ। ਸੋ ਇਹ ਹੈ ਬੇਟਾ ਪ੍ਰਮੋਟਰ ਜੀਨ ਦਾ ਕੰਮ। ਇੱਕ ਪ੍ਰਮੋਟਰ ਜੀਨ ਦਾ ਵੈਸੇ ਹੋਰ ਕੰਮ ਵੀ ਹੁੰਦਾ ਹੈ, ਕਿਉਂਕਿ DNA ਤੋਂ mRNA ਬਣਨਾ ਹੈ ਤੇ ਪ੍ਰਮੋਟਰ ਜੀਨ ਦੇ ਉੱਤੇ ਜਿਹੜੀ ਨਾਈਟ੍ਰੋਜਨ ਬੇਸਿਸ ਦੀ ਸੀਕੁਐਂਸ ਹੈ ਨਾ, ਉਹ ਇਹ ਡਿਸਾਈਡ ਕਰਦੀ ਹੈ ਕਿ DNA ਦਾ ਕਿਹੜਾ ਸਟ੍ਰੈਂਡ ਕੋਡਿੰਗ ਸਟ੍ਰੈਂਡ ਦਾ ਕੰਮ ਕਰੂਗਾ ਤੇ ਕਿਹੜਾ ਟੈਂਪਲੇਟ ਸਟ੍ਰੈਂਡ ਦਾ ਕੰਮ ਕਰੂਗਾ ਫॉर द ਸਿੰਥਸਿਸ ਆਫ RNA। ਨੈਕਸਟ ਆਪਣੇ ਕੋਲ ਹੈਗਾ ਬੇਟਾ ਰੈਗੂਲੇਟਰ ਜੀਨ। ਹੁਣ ਰੈਗੂਲੇਟਰ ਜੀਨ ਨੇ ਕੀ ਕਰਨਾ ਹੈ, ਰੈਗੂਲੇਟਰ ਜੀਨ ਨੇ ਇੱਕ ਬੇਟਾ ਜਿਹੜਾ ਹੈਗਾ ਰਿਪਰੈਸਰ ਬਣਾਉਣਾ ਹੈ, ਜਿਹੜਾ ਰਿਪਰੈਸਰ ਜਾ ਕੇ ਕੀ ਕਰੂਗਾ, ਕਿਹਦੇ ਨਾਲ ਬਾਈਂਡ ਕਰੂਗਾ, ਆਪਰੇਟਰ ਜੀਨ ਦੇ ਨਾਲ ਬਾਈਂਡ ਕਰੂਗਾ ਤੇ ਉਸ ਦੇ ਐਕਸ਼ਨ ਨੂੰ ਹਮੇਸ਼ਾ ਰੋਕ ਕੇ ਰੱਖੂਗਾ। ਪਰ ਨਾਲ ਨਾਲ ਬਾਹਰੋਂ ਕੀ ਆ ਗਿਆ, ਇੰਡਿਊਸਰ ਇੱਕ ਕੈਮੀਕਲ ਹੈ ਜਿਹੜਾ ਬਾਹਰੋਂ ਇੰਡਿਊਸ ਕੀਤਾ ਹੈ, ਜਿਹੜਾ ਜਾ ਕੇ ਰਿਪਰੈਸਰ ਦੇ ਨਾਲ ਜਾ ਕੇ ਜਿਹਨੇ ਬੌਂਡ ਬਣਾ ਲਿਆ, ਉਹਨੂੰ ਗੱਲਾਂ ਦੇ ਵਿੱਚ ਲਾ ਲਿਆ ਤੇ ਜਿਸ ਨੇ ਜਾ ਕੇ ਰਿਪਰੈਸਰ ਨੂੰ ਆਪਰੇਟਰ ਦੇ ਨਾਲ ਬਾਈਂਡ ਹੋਣ ਤੋਂ ਰੋਕਤਾ। ਜਦੋਂ ਰਿਪਰੈਸਰ ਆਪਰੇਟਰ ਦੇ ਨਾਲ ਬਾਈਂਡ ਨਹੀਂ ਹੋ ਸਕਿਆ ਤਾਂ RNA ਪੋਲੀਮਰੇਜ਼ ਮੂਵ ਕਰ ਗਿਆ ਤੇ ਉਸਨੇ
ट्रांसक्रिप्शन ਨੂੰ ਕਰਤਾ, ट्रांसक्रिप्शन ਤੋਂ ट्रांसलेशन हो गई, प्रोसैस ਜਿਹੜਾ ਹੈਗਾ ਸਵਿਚ ऑन हो गया। सो ਇਹ ਸੀ ਕੰਮ ਬੇਟਾ इंड्यूसर ਦਾ। सो ਇਹ ਸਭ ਕੁਛ ਇਸ ਦੇ ਵਿੱਚ ਲਿਖਿਆ ਹੋਇਆ ਹੈ। ਇਹੀ ਚੀਜ਼ ਬੇਟਾ ਤੁਹਾਨੂੰ ਮੈਂ ਸਮਝਾਈ ਹੈ ਇਸ ਡਾਇਗਰਾਮ ਦੇ ਵਿੱਚ, ਨਾਲ ਸਾਰਾ ਐਕਸਪਲੇਨ ਕੀਤਾ ਹੈ। ਮੈਂ ਉਮੀਦ ਕਰਦਾ ਬੇਟਾ ਕਿ ਤੁਹਾਨੂੰ ਇਹ ਸਾਰੀ ਜਾਣਕਾਰੀ ਜਿਹੜੀ ਮੈਂ ਹੁਣ ਦਿੱਤੀ ਹੈ ਇਹ ਵਧੀਆ ਤਰੀਕੇ ਨਾਲ ਸਮਝ ਆ ਗਈ ਹੋਏਗੀ। ਸੋ ਬੇਟਾ ਇਸ ਤੋਂ ਬਾਅਦ ਦੇ ਵਿੱਚ ਕਿ ਇਸ ਤੋਂ ਪਹਿਲਾਂ ਕਿ ਮੈਂ ਨੈਕਸਟ ਜਿਹੜਾ ਆਪਣਾ ऑपरेन है उस ऑपरेन के उत्ते मूव करा, एक बार मैं तुहानूं डायग्रामेटिकली ये सारी गल समझाऊँगा तो नाल जिहड़ा अगला आने वाला रिप्रैसिबल ऑपरेन है उस रिप्रैसिबल ऑपरेन की भी गल उस डायग्राम दे विच करूँगा। सो बेटा एक डायग्राम असीं ड्रॉ करते हैं सारे प्रोसैस की। हाँ जी, तो बेटा इस तरीके नाल अपने को यह DNA का सैगमेंट है। इस DNA के सैगमेंट के उत्ते ये स्ट्रक्चरल जीन ने लैक Z बाई ते A इन्हां ने ही प्रोटीन सिंथेसिस करनी है। ये नाल इत्थे बेटा अपने को प्रेजेंट हैगा ऑपरेटर जीन। ऑपरेटर जीन की इस तरह की जिहड़ी ਇਹਦੇ ਕੋਲੇ ਬਾइंडिंग साइट हैगी है। ये ऑपरेटर जीन है। ऑपरेटर जीन के नाल ही इत्थे प्रमोटर जीन पिया तो इधर किते अपने कोले आके पिया बेटा इसका रेगूलेटर जीन। सो दिस इज़ रेगूलेटर जीन, दिस इज़ प्रमोटर जीन, दिस इज़ ऑपरेटर जीन। तो रेगूलेटर जीन ने mRNA बनाया तो उस mRNA तो बने प्रोटीन, ये प्रोटीन जिहड़ा हैगा इस प्रोटीन की जिहड़ी शेप हैगी है वो शेप इस तरह की हैगी है बेटा कि यह आके इत्थे बाइंड कर सकता है। जदों इत्थे आके यह बाइंड कर जूगा तो इस तरीके नाल बेटा इत्थे यह बाइंड कर गया। जदों इत्थे यह बाइंड कर गया, बाइंड करके की हो गया इत्थे प्रमोटर जीन के उत्ते जिहड़ा RNA पॉलीमरेज एंजाइम आया सी वो RNA पॉलीमरेज अगे मूव नहीं कर सकिया तो सारे का सारा प्रोसैस जिहड़ा हैगा की हो गया दिस इज स्विच ऑफ, ये ऑफ हो गया। तो हुण इस नूं ऑन किवें करना है? ऑन करन दे लई बाहरों जिहड़ा हैगा ये इंड्यूसर आया, ये इंड्यूसर जदों ही इहदे नाल आके लगूगा तो तुसीं देखो इत्थे की चेंज आऊगी। इत्थे लग चुके हैं। हुण इंड्यूसर ते रिप्रैसर जो आपस दे विच लग चुके हैं तो रिप्रैसर की उपरों स्ट्रक्चरल चेंज आ गई, उत्तों शेप चेंज होगी। जदों ये शेप चेंज होगी नाउ दिस इज़ अनेबल टू बाइंड हेयर। हुण इत्थे ये बाइंड नहीं कर सकता। जदों बाइंड नहीं कर सकूगा तो बेटा की होगा इधरों जिहड़ा RNA पॉलीमरेज मूव कर जूगा तो इत्थे सिंथेसिस हो जूगी एंड दिस विल बी स्विच्ड ऑन। नाउ ये की हो जूगा ऑन हो जूगा। तो इस तरीके नाल यह बेटा ऑपरेन जिहड़ा वो काम करता है। बट हुण जिहड़ा नैक्सट ऑपरेन असीं ट्रिप्टोफन ऑपरेन जिहड़ा रिप्रैसिबल ऑपरेन स्टडी करन जा रहे हैं उस रिप्रैसिबल ऑपरेन दे विच की होएगा उसनूं समझण दी कोशिश करते हैं। तो हुण रिप्रैसिबल ऑपरेन दे विच की है इस केस दे विच बेटा असीं देखो इस तरीके नाल एक DNA का सैगमेंट ले लिया। इस DNA दे उत्ते ये असीं मान ले कि स्ट्रक्चरल जीन्स ने, स्ट्रक्चरल जीन्स के नाल प्रेजेंट इत्थे ये है ऑपरेटर जीन। ऑपरेटर जीन है ये। ऑपरेटर जीन के नाल इत्थे प्रेजेंट है प्रमोटर जीन तो इधर प्रेजेंट है स्ट्रक्चरल, इधर प्रेजेंट है रेगूलेटर जीन। तो रेगूलेटर जीन ने की किया, रेगूलेटर जीन ने रिप्रैसर बनाया। इस केस च असीं इसनूं एपो रिप्रैसर बोल रहे हैं। तो इसने एपो रिप्रैसर बनाया तो ये सी जिहड़ा प्रमोटर जीन के उत्ते RNA पॉलीमरेज लगे, ऑपरेटर जीन है, ये स्ट्रक्चरल जीन्स हैगे है। तो इन्हां स्ट्रक्चरल जीन्स ने की किया बेटा mRNA बनाना तो mRNA ने अगे पॉलीपेप्टाइड बनाना है। तो इन नॉर्मल कंडीशन के जिहड़ा इत्थे इसने रिप्रैसर बनाया है दिस रिप्रैसर इज़ अनेबल टू बाइंड विद द ऑपरेटर जीन। क्यों? क्योंकि इसकी शेप स्पैसीफिक नहीं हैगी। देखो शेप नहीं मिल रही ना,
ਜਿਹੜਾ ਤਾਂ ਅਸੀਂ ਹੁਣ ਇੰਡਿਊਸੀਬਲ ਆਪਰੇਂਟ ਕੀਤਾ ਸੀ ਉਹਦੇ 'ਚ ਤਾਂ ਉਹਦੀ ਨਾਰਮਲੀ ਸ਼ੇਪ ਮਿਲਦੀ ਸੀ, ਇਸ ਕਰਕੇ ਉਹਨੂੰ ਨਾਰਮਲ ਜਾ ਕੇ ਉਹ ਸਵਿਚ ਆਫ ਕਰੀ ਰੱਖਦਾ ਸੀ। ਬਟ ਇਸ ਕੇਸ 'ਚ ਨਾਰਮਲੀ ਦਿਸ ਇਜ਼ ਅਨਏਬਲ ਟੂ ਬਾਈਂਡ। ਜਦੋਂ ਅਨਏਬਲ ਟੂ ਬਾਈਂਡ ਹੈਗਾ ਬੇਟਾ, ਇਹਦੇ ਨਾਲ ਲੱਗ ਨਹੀਂ ਸਕਦਾ, ਤਾਂ ਲੱਗ ਨਹੀਂ ਸਕੂਗਾ ਤਾਂ ਕੀ ਹੋ ਜਾਊਗਾ, ਪ੍ਰਮੋਟਰ ਜੀਨ ਦੇ ਉੱਤੇ ਜਿਹੜਾ RNA ਪੋਲੀਮਰੇਜ਼ ਹੈ ਦਿਸ ਵਿਲ ਮੂਵ ਔਨ ਟੂਵਰਡ ਸਟਰਕਚਰਲ ਜੀਨਸ, ਅਤੇ ਸਟਰਕਚਰਲ ਜੀਨਸ ਕੀ ਬਣਾ ਦੇਣਗੇ, mRNA ਬਣਾ ਦੇਣਗੇ, ਅਤੇ mRNA ਨੇ ਕੀ ਬਣਾ ਦੇਣਾ, ਪ੍ਰੋਟੀਨ ਬਣਾ ਦੇਣਾ, ਅਤੇ ਜਿਹੜਾ ਪ੍ਰੋਟੀਨ ਇਸ ਦਾ ਨਾਰਮਲ ਸੈੱਲ ਦਾ ਮੈਟਾਬੋਲਾਈਟ ਦਾ ਕੰਮ ਕਰ ਰਿਹਾ ਹੈ, ਸੈੱਲ ਦੇ ਵਿੱਚ ਨਾਰਮਲੀ ਉਹ ਰਿਕੁਆਇਰਡ ਹੈ, ਤਾਂ ਨਾਰਮਲੀ ਰਿਕੁਆਇਰਡ ਸੀ ਇਟ ਮੀਨਸ ਹਮੇਸ਼ਾ ਉਹ ਪ੍ਰੋਡਿਊਸ ਵੀ ਹੋ ਰਿਹਾ, ਸੈੱਲ ਦੇ ਵਿੱਚ ਪ੍ਰੋਡਿਊਸ ਵੀ ਹੁੰਦਾ ਜਾ ਰਿਹਾ। ਬਟ ਹੋਊਗਾ ਕਿ ਜਦੋਂ ਇਸ ਮੈਟਾਬੋਲਾਈਟ ਨੂੰ ਅਸੀਂ ਐਕਸਟਰਨਲੀ ਐਡ ਕਰਤਾ, ਸੈੱਲ ਦੇ ਵਿੱਚ ਬਾਹਰੋਂ ਐਡ ਕਰਤਾ, ਤਾਂ ਬਾਹਰੋਂ ਐਡ ਕਰੂਗਾ ਤਾਂ ਇਹੀ ਮੈਟਾਬੋਲਾਈਟ ਜਦੋਂ ਐਕਸਟਰਨਲੀ ਐਡ ਕਰਾਂਗੇ, ਨਾਓ ਦਿਸ ਵਿਲ ਐਕਟ ਐਜ਼ ਕੋਰ ਪ੍ਰੈਸਰ। ਇਹ ਕੋਰ ਪ੍ਰੈਸਰ ਦਾ ਕੰਮ ਕਰੂਗਾ, ਅਤੇ ਕੋਰ ਪ੍ਰੈਸਰ ਜਦੋਂ ਸਾਡੇ ਇਸ ਰਿਪਰੈਸਰ ਨਾਲ ਬਾਈਂਡ ਕਰੂਗਾ ਨਾ, ਤਾਂ ਦੇਖੋ ਕੀ ਹੋਊਗਾ, ਇਹਦੇ ਬਾਈਂਡ ਕਰਨ ਦੇ ਨਾਲ ਇਸ ਰਿਪਰੈਸਰ ਦੇ ਵਿੱਚ ਸਟਰਕਚਰਲ ਚੇਂਜ ਆ ਗਈ। ਸਟਰਕਚਰਲ ਚੇਂਜ ਕਿਵੇਂ ਆ ਗਈ, ਦੇਖੋ ਇੱਥੇ ਇਹ ਕੋਰ ਪ੍ਰੈਸਰ ਸੀ ਜਿਹੜਾ ਬਾਹਰੋਂ ਆਇਆ ਸੀ, ਇਹ ਲੱਗ ਗਿਆ, ਇਹਦੇ ਲੱਗਣ ਨਾਲ ਕੀ ਹੋ ਗਿਆ, ਇਹਦੇ 'ਚ ਸਟਰਕਚਰਲ ਚੇਂਜ ਆ ਗਈ। ਸਟਰਕਚਰਲ ਚੇਂਜ ਆ ਗਈ ਤਾਂ ਇਹਦੀ ਸ਼ੇਪ ਹੁਣ ਇੱਥੇ ਲੱਗ ਸਕਦੀ ਆ ਕਿ ਕਹਿਣ ਦਾ ਮਤਲਬ ਇਸ ਨੂੰ ਆ ਕੇ ਇਹ ਬਲੌਕ ਕਰ ਸਕਦਾ ਹੈ। ਜਦੋਂ ਇਸ ਨੂੰ ਇਹ ਬਲੌਕ ਕਰ ਸਕਦਾ ਹੈ ਬੇਟਾ, ਤਾਂ ਪ੍ਰਮੋਟਰ ਤੋਂ ਸਟਰਕਚਰਲ ਜੀਨ ਤੇ ਤੱਕ ਜਿਹੜੇ RNA ਪੋਲੀਮਰੇਜ਼ ਨੇ ਉਹ ਮੂਵ ਨਹੀਂ ਕਰਨਗੇ। ਜਦੋਂ ਮੂਵ ਨਹੀਂ ਕਰ ਪਾਉਣਗੇ ਬੇਟਾ, ਤਾਂ ਇਹ ਜਿਹੜਾ RNA ਨਹੀਂ ਬਣੂਗਾ ਅਤੇ ਸਿਸਟਮ ਕੀ ਹੋ ਜਾਊਗਾ, ਸਵਿਚ ਆਫ ਹੋ ਜਾਊਗਾ। ਸੋ ਨਾਰਮਲੀ ਸਿਸਟਮ ਸਵਿਚ ਔਨ ਪਿਆ ਸੀ, ਬਟ ਸਵਿਚ ਆਫ ਕਦੋਂ ਹੋ ਗਿਆ, ਇਹ ਸਵਿਚ ਆਫ ਉਦੋਂ ਹੋ ਗਿਆ ਜਦੋਂ ਅਸੀਂ ਇਸ ਦੇ ਵਿੱਚ ਇਹੀ ਮੈਟਾਬੋਲਾਈਟ, ਜਿਹੜਾ ਮੈਟਾਬੋਲਾਈਟ ਇਹ 'ਚ ਨਾਰਮਲੀ ਸਿੰਥਸਾਈਜ਼ ਹੋ ਰਿਹਾ ਸੀ, ਇਸ ਨੂੰ ਅਸੀਂ ਐਕਸਟਰਨਲੀ ਐਡ ਕਰਤਾ, ਸੈੱਲ ਦੇ ਵਿੱਚ ਬਾਹਰੋਂ ਐਡ ਕਰਤਾ। ਜਦੋਂ ਬਾਹਰੋਂ ਐਡ ਕਰਤਾ ਤਾਂ ਇਸ ਨੇ ਜਾ ਕੇ ਸਾਰੀ ਮਸ਼ੀਨਰੀ ਨੂੰ ਸਵਿਚ ਆਫ ਕਰਤਾ। ਤਾਂ ਇਹ ਹੈ ਸਾਡਾ ਰਿਪਰੈਸੀਬਲ ਆਪਰੇਨ। ਇਸੇ ਰਿਪਰੈਸੀਬਲ ਆਪਰੇਨ ਨੂੰ ਹੁਣ ਅਸੀਂ ਬੁੱਕ ਦੇ ਵਿੱਚੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਆਪਣੀ ਬੁੱਕ ਦੇ ਵਿੱਚ ਦੇਖੋ ਬੇਟਾ, ਇੱਥੇ ਆ ਗਿਆ ਇਹ ਜਿਹੜਾ ਅਸੀਂ ਕੀਤਾ ਹੈ, ਹਾਂਜੀ। ਸੋ ਦਿਸ ਇਜ਼ ਰਿਪਰੈਸੀਬਲ ਆਪਰੇਨ। ਤਾਂ ਰਿਪਰੈਸੀਬਲ ਆਪਰੇਨ ਦੇ ਵਿੱਚ ਕੀ ਲਿਖਿਆ ਹੋਇਆ ਹੈ, ਦਿਸ ਆਪਰੇਨ ਇਜ਼ ਸਵਿਚਡ ਆਫ ਵੈਨ ਦਾ ਕੈਮੀਕਲ ਸਬਸਟੈਂਸ ਕਾਲਡ ਕੋਰ ਪ੍ਰੈਸਰ ਇਜ਼ ਪ੍ਰੈਜੈਂਟ। ਜਦੋਂ ਕੋਰ ਪ੍ਰੈਸਰ ਕੈਮੀਕਲ ਪ੍ਰੈਜੈਂਟ ਹੈ, ਸਿਰਫ ਉਦੋਂ ਹੀ ਇਹ ਸਵਿਚ ਆਫ ਹੋਏਗਾ। ਨਾਰਮਲੀ ਦਿਸ ਇਜ਼ ਸਵਿਚਡ ਔਨ। ਤਾਂ ਈ ਕਲਾਈ ਦੇ ਵਿੱਚ ਹੈਗਾ, ਦੇਖੋ ਇਹਦੇ ਕਿਹੜੇ ਕਿਹੜੇ ਕੰਪੋਨੈਂਟਸ ਨੇ ਬੇਟਾ। ਇਹਦੇ ਵਿੱਚ ਰੈਗੂਲੇਟਰ ਜੀਨ ਹੈ, ਜਿਹਨੇ ਐਪੋ ਰਿਪਰੈਸਰ ਬਣਾਇਆ ਹੈ, ਜਿਹਦੀ ਸ਼ੇਪ ਇਹੋ ਜਿਹੀ ਹੈ ਕਿ ਦਿਸ ਇਜ਼ ਅਨਏਬਲ ਟੂ ਬਾਈਂਡ ਵਿਦ ਆਪਰੇਟਰ ਜੀਨ। ਦੈਨ ਆ ਗਿਆ ਪ੍ਰਮੋਟਰ ਜੀਨ, ਆਪਰੇਟਰ ਜੀਨ। ਸਟਰਕਚਰਲ ਜੀਨ ਕਿਹੜੇ ਕਿਹੜੇ ਆ ਗਏ, ਟ੍ਰਿਪਟੋਫਨ A B C D ਐਂਡ E। ਹੁਣ ਜਦੋਂ ਨਾਰਮਲੀ ਇਹ ARP ਰਿਪਰੈਸਰ ਇੱਥੇ ਆ ਕੇ ਬਾਈਂਡ ਨਹੀਂ ਕਰ ਪਾ ਰਿਹਾ, ਤਾਂ ਇੱਥੇ ਅਨਏਬਲ ਟੂ ਬਾਈਂਡ ਹੈਗਾ, ਤਾਂ ਬੇਟਾ ਕੀ ਹੋ ਜਾਊਗਾ, ਜਿਹੜਾ ਪ੍ਰਮੋਟਰ ਜੀਨ ਦੇ ਉੱਤੇ RNA ਪੋਲੀਮਰੇਜ਼ ਸੀ, ਦਿਸ ਵਿਲ ਮੂਵ ਔਨ ਟੂਵਰਡਸ ਦੀਜ਼, ਜਿਹੜੇ ਇਹ ਆਪਣੇ ਕੋਲੇ ਸਟਰਕਚਰਲ ਜੀਨਸ ਨੇ, ਇਹਨਾਂ ਤੱਕ ਆ ਜਾਊਗਾ। ਸਟਰਕਚਰਲ ਜੀਨਸ ਜਿਹੜੇ ਐਕਟੀਵੇਟ ਹੋ ਜਾਣਗੇ, ਟਰਾਂਸਕ੍ਰਿਪਸ਼ਨ ਹੋ ਜੂਗੀ, ਟਰਾਂਸਲੇਸ਼ਨ ਹੋ ਜੂਗੀ, ਪੋਲੀਪੈਪਟਾਈਡ ਐਂਜ਼ਾਈਮਸ ਦਾ ਕੰਮ ਕਰਨਗੇ, ਅਤੇ ਇਹ ਰॉ ਮਟੀਰੀਅਲ ਨੂੰ ਟ੍ਰਿਪਟੋਫਨ ਦੇ ਵਿੱਚ ਕਨਵਰਟ ਕਰ ਦੇਣਗੇ। ਟ੍ਰਿਪਟੋਫਨ ਸੈੱਲ ਨੂੰ ਨਾਰਮਲੀ ਚਾਹੀਦਾ ਹੈ। ਤਾਂ ਹੁਣ ਜਿਹੜੀ ਸੈੱਲ ਦੀ ਇਹ ਨਾਰਮਲ ਰਿਕੁਆਇਰਮੈਂਟ ਸੀ, ਉਹ ਸੈੱਲ ਆਪਣੀ ਪੂਰੀ ਕਰਦਾ ਜਾ ਰਿਹਾ। ਬਟ ਹੋਇਆ ਕਿ ਇਹੀ ਟ੍ਰਿਪਟੋਫਨ ਅਸੀਂ ਐਕਸਟਰਨਲੀ ਐਡ ਕਰਤਾ, ਬਾਹਰੋਂ ਪਾਤਾ। ਹੁਣ ਜਦੋਂ ਐਕਸਟਰਨਲੀ ਐਡ ਕਰਤਾ ਤਾਂ ਸੈੱਲ ਨੂੰ ਸਿੰਥਸਾਈਜ਼ ਕਰਨ ਦੀ ਜ਼ਰੂਰਤ ਕੀ ਹੈ, ਸੈੱਲ ਕੋਲ ਤਾਂ ਵਾਧੂ ਹੋ ਗਿਆ ਹੁਣ। ਤਾਂ ਕੀ ਹੋਊਗਾ, ਜਿਹੜਾ ਐਕਸਟਰਨਲੀ ਟ੍ਰਿਪਟੋਫਨ ਐਡ ਕੀਤਾ ਹੈ, ਦਿਸ ਵਿਲ ਬਾਈਂਡ ਵਿਦ ਰਿਪਰੈਸਰ, ਉਹ ਰਿਪਰੈਸਰ ਨਾਲ ਬਾਈਂਡ ਕਰ ਜੂਗਾ। ਉਹ ਕੋਰ ਰਿਪਰੈਸਰ ਦਾ ਕੰਮ ਕਰੂ, ਬਾਈਂਡ ਵਿਦ ਰਿਪਰੈਸਰ, ਅਤੇ ਰਿਪਰੈਸਰ 'ਚ ਸਟਰਕਚਰਲ ਚੇਂਜ ਲਿਆ ਦੂਗਾ। ਦੇਖੋ ਹੁਣ ਸਟਰਕਚਰਲ ਚੇਂਜ ਆ ਗਈ, ਅਤੇ ਰਿਪਰੈਸਰ ਇਜ਼ ਏਬਲ ਟੂ ਬਾਈਂਡ ਹੇਅਰ। ਰਿਪਰੈਸਰ ਹੁਣ ਇੱਥੇ ਬਾਈਂਡ ਕਰ ਜੂਗਾ। ਜਦੋਂ ਰਿਪਰੈਸਰ ਬਾਈਂਡ ਕਰ ਸਕਦਾ ਹੈ, ਤਾਂ ਇਹ ਬੇਟਾ ਕਿ ਇਸ ਨੂੰ ਬਲੌਕ ਕਰ ਦੂਗਾ, RNA ਪੋਲੀਮਰੇਜ਼ ਮੂਵ ਨਹੀਂ ਕਰ ਪਾਉਣਗੇ, ਇੱਥੇ ਕੋਈ mRNA ਨਹੀਂ ਬਣੂਗਾ, ਕੋਈ ਪ੍ਰੋਟੀਨ ਸਿੰਥਸਿਸ ਨਹੀਂ ਹੋਊਗੀ, ਅਤੇ ਸਿਸਟਮ ਕੀ ਹੋ ਜਾਊਗਾ, ਸਵਿਚ ਆਫ ਹੋ ਜਾਊਗਾ। ਸੋ ਮੈਂ ਉਮੀਦ ਕਰਦਾ ਤੁਹਾਨੂੰ ਗੱਲ ਸਮਝ ਲੱਗ ਗਈ ਹੋਣੀ ਹੈ। ਤਾਂ ਆਪਣੀ ਬੁੱਕ ਦੇ ਵਿੱਚ ਦੇਖੋ ਬੇਟਾ ਹੁਣ ਕੀ ਲਿਖਿਆ ਹੋਇਆ ਇਸ ਦੇ ਰਿਗਾਰਡਿੰਗ। ਸਟਰਕਚਰਲ ਜੀਨਸ ਕਿਹੜੇ ਕਿਹੜੇ ਹੈ, ਸਟਰਕਚਰਲ ਜੀਨ ਸਾਡੇ ਕੋਲ ਬੇਟਾ ਇਸ ਕੇਸ 'ਚ 5 ਸਟਰਕਚਰਲ ਜੀਨ ਹੈਗੇ ਨੇ, ਟ੍ਰਿਪਟੋਫਨ E D C B ਐਂਡ A, ਇਹ ਸਾਰੇ ਸਟਰਕਚਰਲ ਜੀਨ ਨੇ। ਆਪਰੇਟਰ ਜੀਨ ਜਿਹੜਾ ਹੈਗਾ ਬੇਟਾ ਕੀ ਹੈ, ਇਹ ਸਟਰਕਚਰਲ ਜੀਨ ਦੇ ਬਿਲਕੁਲ ਨਾਨ ਪਿਆ। ਇਟ ਰਿਮੇਨਸ ਟਰਨਡ ਔਨ ਬਿਕੋਜ਼ ਇਟ ਇਜ਼ ਨਾਟ ਜੁਆਇੰਡ ਬਾਈ ਐਪੋ ਰਿਪਰੈਸਰ। ਇਹ ਨਾਰਮਲੀ ਔਨ ਹੀ ਰਹਿੰਦਾ ਕਿਉਂਕਿ ਐਪੋ ਰਿਪਰੈਸਰ ਇਹਦੇ ਨਾਲ ਬਾਈਂਡ ਨਹੀਂ ਕਰ ਸਕਿਆ। ਸੋ ਇਹ ਨਾਰਮਲੀ ਆਪਣਾ ਫੰਕਸ਼ਨ ਕਰਦਾ ਰਹੂਗਾ, ਅਤੇ ਟ੍ਰਿਪਟੋਫਨ ਦੀ ਜਿਹੜੀ ਹੈਗੀ ਉਹ ਸਿੰਥਸਿਸ ਹੁੰਦੀ ਰਹੇਗੀ।
ਦੈਨ ਪ੍ਰਮੋਟਰ ਜੀਨ ਬੇਟਾ ਜਿਹੜਾ ਆਪਰੇਟਰ ਦੇ ਨਾਲ ਪਿਆ ਹੁੰਦਾ ਤੇ ਸਾਨੂੰ ਪਤਾ ਹੈ ਕਿ ਇਹ RNA ਪੋਲੀਮਰੇਜ਼ ਦੇ ਨਾਲ ਬਾਈਂਡ ਕਰਨ ਦਾ ਕੰਮ ਕਰਦਾ। ਅਸੀਂ ਪਹਿਲਾਂ ਹੀ ਇੰਡਿਊਸੀਬਲ ਓਪਰੈਂਟ 'ਚ ਪੜ੍ਹ ਚੁੱਕੇ ਹਾਂ। ਰੈਗੂਲੇਟਰ ਜੀਨ ਕੀ ਕਰਦਾ ਹੈ? ਐਪੋਰਿਪਰੈਸਰ ਦੀ ਸਿੰਥਸਿਸ ਕਰਦਾ ਹੈ, ਬਟ ਇਹ ਐਪੋਰਿਪਰੈਸਰ ਕੰਮ ਦਾ ਨਹੀਂ ਹੈ ਬਿਕੋਜ਼ ਦਿਸ ਇਜ਼ ਅਨਏਬਲ ਟੂ ਬਾਈਂਡ ਵਿਦ ਆਪਰੇਟਰ ਜੀਨ, ਉਹਦੇ ਨਾਲ ਬਾਈਂਡ ਨਹੀਂ ਕਰ ਪਾਉਂਦਾ ਇਹ। ਦੈਨ ਆਪਣੇ ਕੋਲ ਆ ਗਿਆ ਕੋਰ ਪ੍ਰੈਸਰ, ਜਿਹੜਾ ਅਸੀਂ ਐਕਸਟਰਨਲੀ ਐਡ ਕਰਦੇ ਹਾਂ। ਇਹ ਕੀ ਕਰਦਾ? ਜੇ ਕੰਸਨਟ੍ਰੇਸ਼ਨ, ਇਫ ਦਾ ਕੰਸਨਟ੍ਰੇਸ਼ਨ ਆਫ ਕੋਰ ਪ੍ਰੈਸਰ ਰਾਈਜ਼ਸ, ਜੇ ਇਹਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਹੋ ਜੂਗੀ ਤਾਂ ਐਪੋਰਿਪਰੈਸਰ ਤੇ ਕੋਰ ਪ੍ਰੈਸਰ ਦਾ ਕੰਪਲੈਕਸ ਬਣ ਜੂਗਾ। ਦਿਸ ਕੰਪਲੈਕਸ ਜੁਆਇਨਸ ਦਾ ਆਪਰੇਟਰ ਜੀਨ, ਇਹ ਆਪਰੇਟਰ ਜੀਨ ਦੇ ਨਾਲ ਲੱਗ ਜੂਗਾ ਐਂਡ ਫਰਦਰ ਪ੍ਰੋਡਕਸ਼ਨ ਆਫ ਕੋਰ ਪ੍ਰੈਸਰ ਸਟੋਪਸ, ਤੇ ਇਸ ਦੀ ਜਿਹੜੀ ਪ੍ਰੋਡਕਸ਼ਨ ਉਹ ਰੁਕ ਜੂਗੀ। ਬਟ ਜੇ ਇਹਦਾ ਲੈਵਲ ਘਟ ਗਿਆ, ਬਟ ਇਫ ਦਾ ਕੋਰ ਪ੍ਰੈਸਰ ਲੈਵਲ ਫਾਲਸ, ਇਹਦਾ ਲੈਵਲ ਘਟ ਗਿਆ ਤਾਂ ਐਪੋਰਿਪਰੈਸਰ ਦਾ ਇਹਦੇ ਨਾਲ ਜਿਹੜਾ ਬੌਂਡ ਟੁੱਟ ਜੂਗਾ ਤੇ ਐਪੋਰਿਪਰੈਸਰ ਜਿਹੜਾ ਹੈਗਾ ਹੁਣ ਬੇਟਾ ਦੈਟ ਵਿਲ ਬੀ ਅਨਏਬਲ ਟੂ ਬਾਈਂਡ ਵਿਦ ਆਪਰੇਟਰ ਜੀਨ ਤੇ ਸਿਸਟਮ ਟਰਨ ਔਨ ਹੋ ਜੂਗਾ ਤੇ ਕੋਰ ਪ੍ਰੈਸਰ ਦੀ ਫਾਰਮੇਸ਼ਨ ਸਟਾਰਟ ਹੋ ਜੂਗੀ। ਸੋ ਇਸ ਤਰੀਕੇ ਨਾਲ ਇਹ ਇੱਕ ਸੈਲਫ ਰੈਗੂਲੇਸ਼ਨ ਜਿਹੜੀ ਹੈਗੀ ਹੈ ਬੇਟਾ ਇਸ ਦੇ ਵਿੱਚ ਰਹਿੰਦੀ ਹੈ। ਇਸ ਪ੍ਰਕਾਰ ਬੇਟਾ ਇਹ ਜੋ ਸੀ ਰੈਗੂਲੇਸ਼ਨ ਆਫ ਜੀਨ ਐਕਸਪ੍ਰੈਸ਼ਨ ਪ੍ਰੋਕੈਰੀਓਟਸ ਦੇ ਵਿੱਚ ਸੀਗੀ। ਨੈਕਸਟ ਯੂਕੈਰੀਓਟਸ ਦਾ ਬੇਟਾ ਮੈਂ ਲੈਕਚਰ ਦੀ ਸਟਾਰਟਿੰਗ 'ਚ ਹੀ ਤੁਹਾਨੂੰ ਥੋੜ੍ਹਾ ਜਿਹਾ ਦੱਸ ਚੁੱਕਿਆ, ਜਿੰਨਾ ਕੁ ਅਸੀਂ ਕਰਨਾ ਹੈ, ਇਸ ਤੋਂ ਜ਼ਿਆਦਾ ਜ਼ਰੂਰਤ ਨਹੀਂ ਸੀ ਕਰਨ ਦੀ। ਬਾਕੀ ਬੇਟਾ ਜੋ ਮੇਨ ਸਾਡਾ ਟੌਪਿਕ ਸੀ ਦੈਟ ਇਜ਼ ਇਨ ਪ੍ਰੋਕੈਰੀਓਟਸ, ਜਿਹਦੇ ਵਿੱਚ ਇੰਡਿਊਸੀਬਲ ਓਪਰੈਨ ਤੇ ਰਿਪਰੈਸੀਬਲ ਓਪਰੈਨ ਸੀ। ਦੋਨੋਂ ਓਪਰੈਨ ਬੇਟਾ ਮੈਂ ਤੁਹਾਨੂੰ ਡਾਇਗਰਾਮਸ ਦੀ ਹੈਲਪ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਇਹ ਦੋਨੋਂ ਸਮਝ ਲੱਗੇ ਹੋਣਗੇ। ਅੱਜ ਦੇ ਲਈ ਇੰਨਾ ਹੀ ਬਹੁਤ ਹੈ ਬੇਟਾ। ਬੇਟਾ ਮੈਂ ਉਮੀਦ ਕਰਦਾ ਕਿ ਅੱਜ ਦਾ ਲੈਕਚਰ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਜੇ ਬੇਟਾ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਤਰੀਕੇ ਨਾਲ ਸਮਝ ਆਇਆ ਤਾਂ ਇਸ ਲੈਕਚਰ ਨੂੰ ਦੱਬ ਕੇ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਤਾਂ ਕਿ ਉਹ ਵੀ ਇਸ ਟੌਪਿਕ ਨੂੰ ਸਮਝ ਸਕਣ। ਸੋ ਮਿਲਦੇ ਹਾਂ ਬੇਟਾ ਨੈਕਸਟ ਲੈਕਚਰ ਨਾਲ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮਚ।